ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਤਾਰਾ ਸਿੰਘ ਵਾਂ ਜੋ ਸਿੱਖ ਪੰਥ ਦੇ ਮਹਾਨ ਯੋਧੇ ਸੂਰਬੀਰ ਜਰਨੈਲ ਸੀ, ਉਹਨਾਂ ਦੀ ਸ਼ਹੀਦੀ ਦੀ ਗਾਥਾ ਜਿਹੜੀ ਹੈ ਭਾਈ ਰਤਨ ਸਿੰਘ ਭੰਗੂ ਜੀ ਦੇ ਸ਼ਬਦਾਂ ਦੇ ਵਿੱਚ ਸੁਣੀ। 18ਵੀਂ ਸਦੀ ਦੇ ਵਿੱਚ ਇੱਕ ਹੋਰ ਵਾਪਰੀ ਘਟਨਾ ਦਾ ਉਲੇਖ ਰਤਨ ਸਿੰਘ ਜੀ ਭੰਗੂ ਨੇ ਕੀਤਾ ਕਿ ਕਿਸ ਤਰ੍ਹਾਂ ਬਹੁਤ ਵੱਡੀ ਪੱਧਰ ਦੇ ਉੱਤੇ ਸਿੱਖਾਂ ਦਾ ਕਤਲੇਆਮ ਜਿਹੜਾ ਸੀ ਉਹ ਹੋਇਆ। ਰਤਨ ਸਿੰਘ ਭੰਗੂ ਜੀ ਜ਼ਿਕਰ ਕਰਦੇ ਨੇ, ਕਹਿੰਦੇ ਸੁਨਹੁ ਸਾਖੀ ਔਰ ਸਿੰਘਨ ਕੀ, ਜਿਨ ਤੁਰਕਨ ਸਿਰ ਲਾਏ, ਜਿਨ੍ਹਾਂ ਨੇ ਤੁਰਕਾਂ ਦੇ ਸਿਰ ਆਪਣੇ ਸੀਸ ਲਾਏ, ਸ਼ਹਾਦਤਾਂ ਦਿੱਤੀਆਂ, ਉਹਨਾਂ ਸਿੰਘਾਂ ਦੀ ਜਿਹੜੀ ਸਾਖੀ ਜਿਹੜੀ ਹੈ ਉਹ ਸੁਣੋ। ਸਿਦਕ ਰੱਖਿਓ ਗੁਰ ਬਚਨ ਪਰ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੇ ਉੱਤੇ ਭਰੋਸਾ ਰੱਖਿਆ। ਭਇਓ ਕੇਸਨ ਸਾਸਨ ਨਿਭਾਹੇ, ਔਰ ਕੇਸਾਂ ਸਵਾਸਾਂ ਦੇ ਨਾਲ ਜਿਹੜਾ ਹੈ ਉਹ ਸਿੱਖੀ ਨਿਭਾਹੀ। ਉਹਨਾਂ ਦੀ ਮੈਂ ਤੁਹਾਨੂੰ ਗੱਲ ਜਿਹੜੀ ਹੈ ਉਹ ਦੱਸਣ ਲੱਗਿਆ। ਨਾਮ ਠਾਮ ਜਾਤ ਗੋਤ ਬਤਾਊਂ, ਸਿੱਖੀ ਸਾਂਝ ਹਿਤ ਟਹਿਲ ਉਠਾਊਂ। ਮੈਂ ਉਹਨਾਂ ਦੇ ਨਾਂ ਪਤਾ ਗੋਤਰ ਸਭ ਦੱਸਾਂਗਾ। ਮੇਰੇ ਉਹ ਸਿੱਖ ਭਰਾ ਹੈ ਤੇ ਉਹਨਾਂ ਸਿੱਖਾਂ ਭਰਾਵਾਂ ਦਾ ਇਤਿਹਾਸ ਦੱਸਣ ਦੀ ਸੇਵਾ ਜਿਹੜੀ ਹੈ ਕਰਕੇ ਮੈਂ ਗੁਰੂ ਕੀ ਖੁਸ਼ੀ ਲਾਂਗਾ, ਸੇਵਾ ਕਰਾਂਗਾ ਉਹਨਾਂ ਦਾ ਇਤਿਹਾਸ ਦੱਸ ਕੇ। ਸੁਣੀ ਜਿਸੈ ਬਿਦ ਵੱਡਿਆਂ ਪਾਸ, ਮੈਂ ਜਿਸ ਤਰ੍ਹਾਂ ਆਪਣੇ ਵੱਡਿਆਂ ਬਜ਼ੁਰਗਾਂ ਤੋਂ ਸੁਣੀ ਹੈ। ਕਹੂੰ ਤੇ ਮੈਂ ਪੰਥ ਰੱਖ ਹੇਤ ਦਾਸ, ਮੈਂ ਉਸੇ ਤਰ੍ਹਾਂ ਹੀ ਜਿਹੜਾ ਹੈ ਉਹ ਮੈਂ ਤੁਹਾਨੂੰ ਸੁਣਾਉਣੀ ਹੈ। ਕਹਿੰਦੇ ਹੋਇਆ ਕੀ ਕਿ ਹੁਤ ਰੰਧਾਵਾ ਚਮੰਡਾ 22 ਬਾਸ, ਚਮੰਡਾ ਪਿੰਡ ਸੀ, ਉੱਥੇ ਰੰਧਾਵਾ ਗੋਤ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਹੈ ਉਹ ਜ਼ਿਮੀਂਦਾਰ ਜੱਟ ਪਰਿਵਾਰ ਵਸਦੇ ਸੀ। ਮੱਧ ਇੱਕ ਕੈਰੋ ਨੰਗਲ ਪਾਸ, ਤੇ ਇੱਕ ਵਿੱਚ ਕੈਰੋ ਸੀ ਨੰਗਲ ਸੀ, ਇਹ ਜਾਪਦਾ। ਉਨ ਮੱਧ ਤੇ ਕੁਛ ਗੁਰਪੰਥੇ ਆਏ। ਕਹਿੰਦੇ ਇਸ ਇਲਾਕੇ ਦੇ ਵਿੱਚੋਂ ਇਹ ਜਿਹੜੇ ਪਿੰਡ ਸੀ ਨਾ ਦੱਸੇ ਗਏ ਕਵੀ ਜੀ ਨੇ, ਇਹਨਾਂ ਪਿੰਡਾਂ ਤੋਂ ਕੁਝ ਰੰਧਾਵੇ ਗੋਤ ਨਾਲ ਸੰਬੰਧਿਤ ਜਿਹੜੇ ਜ਼ਿਮੀਂਦਾਰ ਸੀ ਉਹ ਗੁਰੂ ਖਾਲਸਾ ਦੇ ਪੰਥ ਦੇ ਵਿੱਚ ਜਿਹੜਾ ਹੈ ਉਹ ਸ਼ਾਮਲ ਹੋ ਗਏ। ਖੰਡੇ ਪਾਹੁਲ ਲਈ ਸ਼ਸਤਰ ਉਠਾਏ, ਇਹਨਾਂ ਨੇ ਖੰਡੇ ਬਾਟੇ ਦੀ ਪਾਹੁਲ ਜਿਹੜੀ ਹੈ ਉਹ ਚੁੱਕ ਲਈ, ਮਾਫ ਕਰਨਾ, ਖੰਡੇ ਬਾਟੇ ਦੀ ਪਾਹੁਲ ਛਕ ਲਈ ਔਰ ਸ਼ਸਤਰ ਜਿਹੜੇ ਸੀ ਉਹ ਚੁੱਕ ਲਏ। ਜਿਵੇਂ ਸਤਿਗੁਰ ਆਗਿਆ ਦੇਈ, ਜਿਵੇਂ ਸਤਿਗੁਰਾਂ ਨੇ ਆਗਿਆ ਦਿੱਤੀ ਉਸੇ ਤਰ੍ਹਾਂ ਹੀ ਇਹਨਾਂ ਨੇ ਮਤਲਬ ਕਰਨਾ ਸ਼ੁਰੂ ਕਰ ਦਿੱਤਾ, ਜੀਵਨ ਬਤੀਤ ਉਸੇ ਭਾਂਤੀ ਇਹਨਾਂ ਨੇ ਜਿਹੜਾ ਸੀ ਉਹ ਰੱਖਣਾ ਸ਼ੁਰੂ ਕਰ ਦਿੱਤਾ। ਵਹੀ ਭਾਂਤ ਤਿੰਨ ਕਰਨੀ ਪਈ, ਕਹਿੰਦੇ ਇਹਨਾਂ ਦੀ ਕਰਨੀ ਉਸੇ ਤਰ੍ਹਾਂ ਦੀ ਹੋ ਗਈ ਜਿਸ ਤਰ੍ਹਾਂ ਦੀ ਗੁਰੂ ਸਾਹਿਬ ਨੇ ਜਿਹੜਾ ਹੈ ਮਰਿਆਦਾ ਦੱਸੀ ਹੈ। ਰਲੇ ਪੰਥ ਗੁਰ ਕਰੇ ਦੰਗਾਹੀ, ਲਾਹੌਰ ਦਿੱਲੀ ਤੱਕ ਇਹਨਾਂ ਨੇ ਜਿਹੜੀਆਂ ਮਾਰਾਂ ਜਿਹੜੀਆਂ ਸੀ ਉਹ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ ਜੋ ਚੱਕਿਓ ਹੁਤ ਖਾਲਸੇ ਤੋਰ, ਇਨ ਭੀ ਤੇ ਮੈਂ ਮਚਾਇਓ ਸ਼ੋਰ। ਜਿਵੇਂ ਬਾਕੀ ਦੇ ਸਿੰਘ ਜਿਹੜੇ ਆ ਉਹ ਲੜ ਰਹੇ ਸੀ ਜੰਗਾਂ ਯੁੱਧਾਂ ਦੇ ਵਿੱਚ, ਮੈਦਾਨਾਂ ਦੇ ਵਿੱਚ, ਇਹਨਾਂ ਨੇ ਵੀ ਉਸੇ ਭਾਂਤ ਜਿਹੜਾ ਸੀ ਲੜਨਾ ਸ਼ੁਰੂ ਕਰ ਦਿੱਤਾ। ਖੰਡੇ ਬਾਟੇ ਦੀ ਪੌਲ ਛਕ ਲਈ, ਗੁਰੂ ਕੀ ਮਰਿਆਦਾ ਮੁਤਾਬਕ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ। ਇਸ ਗੱਲ ਦਾ ਪਤਾ ਜਿਹੜਾ ਸੀ ਉਹ ਤੁਰਕਾਂ ਨੂੰ ਲੱਗ ਗਿਆ, ਹਕੂਮਤ ਨੂੰ ਲੱਗ ਗਿਆ। ਸੋ ਖਬਰੀਆ ਤੁਰਕਨ ਪਾਈ, ਆਏ ਮਾਰਨ ਉਨ ਕਰਤਾਈ। ਔਰ ਤੁਰਕਾਂ ਦੀ ਫੌਜ ਜਿਹੜੀ ਹੈ ਲਾਹੌਰੋਂ ਇਹਨਾਂ ਨੂੰ ਖਤਮ ਕਰਨ ਵਾਸਤੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੁੱਜੀ। ਦੇਖੋ ਕਿੱਡੀ ਸਿਤਮਗਿਰੀ ਹੈ ਕਿ ਸਿੰਘਨ ਪੈ ਗੜ ਨਾ ਹੋਤੋ ਜਿਸਤ ਕੀ ਓਟ ਲੜਾਹੇ। ਕਹਿੰਦੇ ਸਿੰਘਾਂ ਦੇ ਕੋਲ ਕੋਈ ਕਿਲਾ ਨਹੀਂ ਹੈ ਜਿਹਦੀ ਓਟ ਦੇ ਵਿੱਚ ਉਹ ਲੜਨਾ। ਉਨ ਨੱਠ ਰੋਹੀ ਮੱਧ ਛਿਪੈ, ਕਹਿੰਦੇ ਇਹ ਵੱਧ ਤੋਂ ਵੱਧ ਰੋਹੀਆਂ ਦੇ ਵਿੱਚ ਚਲੇ ਜਾਂਦੇ ਨੇ, ਬੀਆਬਾਨਾਂ ਦੇ ਵਿੱਚ ਚਲੇ ਜਾਂਦੇ ਨੇ, ਜਾਂ ਦਰਿਆਵਾਂ ਦੇ ਝੱਲਾਂ 'ਚ ਚਲੇ ਜਾਂਦੇ ਨੇ। ਕਹਿ ਖੂਹਨ ਖੱਡਣ ਮਾਹੇ, ਕੋਈ ਖੂਹਾਂ ਖੱਡਾਂ ਦੇ ਵਿੱਚ ਚਲੇ ਜਾਂਦੇ ਨੇ। ਸੁਣੀ ਤੁਰਕਣ ਜਬ ਤੁਰਕ ਅਵਾਈ, ਸੁਣੀ ਸਿੰਘਣ ਜਬ ਤੁਰਕ ਅਵਾਈ। ਜਦੋਂ ਕਹਿੰਦੇ ਸਿੰਘਾਂ ਨੇ ਇਹ ਗੱਲ ਸੁਣੀ, ਅਫਵਾਹ ਸੁਣੀ ਕਿ ਮੁਗਲਾਂ ਦੀ ਫੌਜ ਜਿਹੜੀ ਹੈ ਸਾਨੂੰ ਖਤਮ ਕਰਨ ਵਾਸਤੇ ਆ ਰਹੀ ਹੈ, ਇਹ ਜਿਹੜੇ ਚਮੰਡੇ ਪਿੰਡ ਦੇ ਕੁਝ ਜ਼ਿਮੀਂਦਾਰ ਸੀ, ਕੁਝ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਸੀ ਜਿਹੜੇ ਸਿੱਖੀ ਦੇ ਵਿੱਚ ਪ੍ਰਵੇਸ਼ ਕਰ ਗਏ ਔਰ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਛਕ ਲਈ। ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਮੁਗਲਾਂ ਦੀ ਫੌਜ ਜਿਹੜੀ ਹੈ ਉਹ ਸਾਡੇ ਨਾਲ ਯੁੱਧ ਲੜਨ ਵਾਸਤੇ, ਸਾਡੇ ਨਾਲ ਜੰਗ ਲੜਨ ਵਾਸਤੇ ਆ ਰਹੀ ਹੈ, ਕਹਿੰਦੇ ਇਹਨਾਂ ਨੇ ਕੀ ਕੀਤਾ, ਕਹਿੰਦੇ ਛੱਡ ਕਰ ਘਰ ਗਏ ਬਣਹਿ ਲੋਕਾਈ। ਕਹਿੰਦੇ ਇਹ ਘਰ-ਬਾਰ ਛੱਡ ਕੇ ਜੰਗਲਾਂ 'ਚ ਲੋਕ ਗਏ। ਔਰ ਹੁਤੇ ਉਹਨੇ ਕੇ ਟੱਬਰ ਜਿਹੂ, ਜਿਹੜੇ ਇਹਨਾਂ ਦੇ ਪਰਿਵਾਰ ਸੀ, ਬੱਚੇ ਸੀ, ਬਜ਼ੁਰਗ ਸੀ, ਇਸਤਰੀਆਂ ਸੀ, ਰਲ ਮਿਲ ਲੋਕਨ ਬਚ ਰਹੇ ਤੋਂ ਉਹ ਕਹਿੰਦੇ ਆਮ ਘਰ-ਬਾਰ ਛੱਡ ਕੇ ਆਮ ਲੋਕਾਂ ਦੇ ਵਿੱਚ ਕਿਸੇ ਰਿਸ਼ਤੇਦਾਰੀ 'ਚ, ਕਿਸੇ ਜਾਣ ਪਛਾਣ ਵਾਲੇ ਦੇ ਘਰਾਂ 'ਚ ਚਲੇ ਗਏ
और इन्हां दा जिहड़ा बचाव हो गया। दिने सिंह हुत ते थिन नाहे, दिने तां सिंह कहंदे घरां च है नहीं सी, रात परी आबद घर माही, जदों रात पै जांदी उदों सारे जिहड़े सी आपदे घरां च आ जांदे। बच्चे बजुर्ग इस्त्रियां, देखो कैसा समा सी कि ਸਿੰਘਾਂ ਨੂੰ ਆਪਣੇ ਘਰ ਦੇ ਵਿੱਚ ਟਿਕਣਾ ਵੀ ਜਿਹੜਾ ਹੈ ਉਹ ਨਸੀਬ ਨਹੀਂ ਸੀ ਹੁੰਦਾ। ਜਦੋਂ ਰਾਤ ਹੁੰਦੀ ਤੇ ਸਾਰੇ ਜਿਹੜੇ ਸੀ ਪਰਿਵਾਰ ਆਪਣੇ ਆਪਣੇ ਘਰਾਂ 'ਚ ਆ ਜਾਂਦੇ। ਜਦੋਂ ਦਿਨ ਚੜ੍ਹਦਾ, ਦਿਨ ਚੜ੍ਹਦੇ ਦੇ ਨਾਲ ਹੀ ਇਹ ਸਾਰੇ ਸਿੰਘ ਝੱਲਾਂ 'ਚ ਚਲੇ ਜਾਂਦੇ, ਬਣਾ 'ਚ ਚਲੇ ਜਾਂਦੇ। ਜਿਹੜੇ ਪਰਿਵਾਰ ਸੀ ਉਹ ਸੱਜੇ ਖੱਬੇ ਰਿਸ਼ਤੇਦਾਰਾਂ ਦੇ ਜਾਂ ਜਾਣ ਪਛਾਣ ਵਾਲਿਆਂ ਦੇ ਘਰਾਂ ਦੇ ਵਿੱਚ ਜਿਹੜੇ ਸੀ ਉਹ ਦਿਨ ਬਤੀਤ ਕਰਦੇ। ਕਹਿੰਦੇ ਇਸੀ ਬਾਰ ਤੇਊ ਇਮ ਬਚ ਰਹੇ, ਕਹਿੰਦੇ ਇਸ ਤਰ੍ਹਾਂ ਇੱਕ ਵਾਰੀ ਜਿਹੜੇ ਸੀ ਇਹ ਮੁਗਲਾਂ ਤੋਂ ਬਚ ਗਏ। ਹੱਥ ਨਾ ਆਏ ਵੈ ਖਾਲੀ ਗਏ, ਇਹ ਹੱਥ ਨਹੀਂ ਆਏ ਔਰ ਤੁਰਕ ਜਿਹੜੇ ਸੀ ਉਹ ਖਾਲੀ ਚਲੇ ਗਏ। जब खाली तुर्क इम गए नमोशी ताहे, कहते जो मुगल खाली गए तो उन्होंने बड़ी नमोशी आई कि असी सिखां दे घरां च छापे मारे है, लेकिन सिख जिहड़ा सानू कोई नजर नहीं आया। चित्तै जमझूरत फिरै मारन सिंघन फराहे, ये चित्त दे विच चुरन लग पए ते सिंघां नूं जिहड़ा सी ओह मारन वास्ते तरकीबां स्कीमां जिहड़े सी ओह सोचण लग पए। तुर्क सिंघन फिर चाहें मारन, सिंह भी चाहें वक्त गुजारन, सिंह वक्त कट रहे हैं। कहें सिंह कब हम वक्त आवक, सिंह कहते कदे साडे ते भी समा आएगा, हम तै लुक तुर्क जिंद बचावत, जो साडे तो लुकदे ये लोग जिहड़े हुकूमत नाल जुड़े ने ये जाना बचाउणगे, कदे इहो जिहा समा भी गुरु जरूर लैके आऊगा। इन्ना भरोसा ਸਿੰਘਾਂ ਦਾ गुरु दे उत्ते अकाल पुरख दे उत्ते। हन्ने हन्ने होए बह पातशाही, कदे ऐसा समा आऊगा जो हन्ने हन्ने साडी बादशाहत होगी, साडा राज होगा। लह आप अपनो मुल्क उगराहे, और असी अपने मुल्क दे विच मामला उगरा के अपने मुल्क दे विच जिंदगी जिहड़ी है बसर करांगे। यानी सिखां दे अंदर एक सुपना सी देखिया ते उस सुपने नूं पूरा करन दा चाव सी, ते उस सुपना की सी? उस सुपना सी अपनी एक वक्री स्टेट दा, कि साडी भी कदे स्टेट होएगी, साडा भी कदे राज होएगा जिथे असी सुख दी जिंदगी बतीत करांगे, जिथे साडा सारा जिहड़ा है वो जीवन सुख दे नाल बीतेगा। हम गुर बचन झूठ तो नहीं, कहंदे गुरु ने जिहड़ा बचन आखिया है कि ਸਿੰਘੋ ਤੁਹਾਨੂੰ कदे राज मिलेगा, वो बचन कदे झूठा नहीं हो सकता। हम सही जाए दुख कटें तहाई, इस करके असी दुख जिहड़े सहां। अज दे समय दे विच असी तकलीफां दुख सहण वास्ते तैयार नहीं, सानू गुरु दे बचनां दे उत्ते भरोसा भी नहीं रहा। लेकिन उन्हां ਸਿੰਘਾਂ ने इस करके दुख तकलीफां सहदियां होइयां मुकाबला किया हुकूमत दे जबर जुल्म दा, कि कदे साडा राज आवेगा। क्यों राज आवेगा? क्योंकि गुरु ने सानू वचन दिता है, ते गुरु दा वचन जिहड़ा है वो कदे झूठा नहीं हुंदा। की होया ਆਪਾਂ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸੁਣਿਆ ਕਿ ਕਿਸ ਤਰ੍ਹਾਂ ਚਮੰਡੇ ਤੇ ਆਸੇ-ਪਾਸੇ ਦੇ ਪਿੰਡਾਂ ਦੇ ਕੁਝ ਰੰਧਾਵੇ ਗੋਤ ਦੇ ਜਿਹੜੇ ਜ਼ਿਮੀਂਦਾਰ ਸੀ ਉਹ ਸਿੱਖੀ 'ਚ ਪ੍ਰਵੇਸ਼ ਕਰ ਗਏ। ਉਹਨਾਂ ਦੇ ਉੱਤੇ ਜ਼ੁਲਮ ਜ਼ਬਰ ਤੇ ਤਸ਼ੱਦਦ ਜਿਹੜਾ ਸੀ ਉਹ ਬਹੁਤ ਹੋਇਆ। ਘਰਾਂ ਦੇ ਵਿੱਚ ਰਹਿਣਾ ਨਹੀਂ ਸੀ ਮਿਲਦਾ, ਰਾਤ ਨੂੰ ਆਪਣੇ ਘਰਾਂ 'ਚ ਆਉਂਦੇ ਸੀ, ਦਿਨੇ ਜਿਹੜਾ ਹੈ ਉਹ ਜੰਗਲਾਂ ਬੇਲਿਆਂ ਦੇ ਵਿੱਚ ਜਿਹੜੇ ਪੁਰਸ਼ ਸੀ ਉਹ ਚਲੇ ਜਾਂਦੇ ਸੀ, ਜਿਹੜੇ ਬੱਚੇ ਇਸਤਰੀਆਂ ਸੀ ਉਹ ਰਿਸ਼ਤੇਦਾਰਾਂ ਜਾਂ ਜਾਨਸ਼ੀਨਾਂ ਦੇ ਘਰਾਂ ਦੇ ਵਿੱਚ ਦਿਨ ਬਤੀਤ ਕਰਦੇ। ਲੇਕਿਨ ਸਿੰਘਾਂ ਨੂੰ ਭਰੋਸਾ ਸੀ ਕਿ ਇੱਕ ਦਿਨ ਸਾਡਾ ਰਾਜ ਆਏਗਾ। ਹੁਤੇ ਵਤਨ ਮਦ ਸਾਕ ਮਿਤ, ਸਿੰਘ ਬਸੈ ਨਿਜ ਦੇਸ਼, ਤਿਹੀਂ ਗੁਜ਼ਾਰਾ ਸਿੰਘ ਕਰਹਿ ਲੁਕ ਛਿਪ ਰੱਖ ਗੁਰ ਭੇਸ। ਲੇਕਿਨ ਆਪਣਾ ਗੁਰੂ ਸਰੂਪ ਜਿਹੜਾ ਉਹ ਕਾਇਮ ਰੱਖ ਕੇ ਲੁਕ ਛਿਪ ਕੇ ਜ਼ਿੰਦਗੀ ਬਤੀਤ ਕਰਦੇ ਸੀ। ਹੁਣ ਕਹਿੰਦੇ ਸੁਣੋ ਅਬ ਫਿਰ ਸੁਣੋ ਉਨ ਸਿੰਘਨ ਬਾਤ, ਉਹਨਾਂ ਸਿੰਘਾਂ ਦੇ ਨਾਲ ਹੋਇਆ ਕੀ? ਸੁਣੋ ਕਹਿੰਦੇ कराए दिओ जिम दुष्टन घात, उन्होंने कहते दुष्टां ने घात किया, कतलेआम किया। वो किवें होया? हुतो सजादो सुल्तानियो ग्राम, कहते एक सजादा पिंड सी जिहड़ा सारा दा सारा जिहड़ा है वो सखी सरवर नूं मनण वाला सी। जिवें आपां देखदे ना कई पीरखानियां नूं मनदे आ, रोट वगैरह पाउंदे दिंदे आ, पुच्छां दक्षिणा वगैरह जिहड़े आ वो कढदे आ। ये सारा पिंड जिहड़ा सी इन्हां लोकां दा सी। उसका हिंदू करे तुरकन काम, कहते ये कहते तो इन्होंने हिंदू सी, लेकिन इन्हों के काम जोड़े तुरकां वाले सी। तुरकां वाले क्यों सी? क्योंकि देवी देवतियां की उपासना छड्ड के आपदे जिहड़े हिंदू धर्म के जिहड़े रीति रिवाज मर्यादा छड्ड के पीरखानियां नूं जिहड़ा है वो मनदे सी। उन साथ रलाए मुसले कलाल, ते इन्हां ने कुछ मुसलमान जिहड़े सी कलाल वो अपने नाल रला लए। ते वो चाकर हुत तुरकन नाल, ते वो जिहड़े कलाल सीगे मुसलमान सी मजहब उन्हां दा, ते उन्हां दी हुकूमत दे विच जिहड़ी है चाकरी सी, हुकूमत दी नौकर सी, हुकूमत नाल उन्हां दा जिहड़ा रिश्ता सी। इमें मिल दोवन मते पकाए, कहंदे इन्हां दोनां ने मिल के मते पका ले, फैसला कर लिया कि रंधावन ਸਿੰਘਨ दयन मरवाए। कहंदे इन्हां ये जिहड़े रंधावे सिंह सजे ने इन्हां नूं आपां जिहड़ा है वो मरवाउणा है।
ਸਜਾਦੇ ਪਿੰਡ ਦੇ ਜਿਹੜੇ ਹਿੰਦੂ ਸਖੀ ਸਰਵਣ ਨੂੰ ਮੰਨਣ ਵਾਲੇ ਬਣ ਚੁੱਕੇ ਸੀ, ਪੀਰਖਾਨੇ ਨੂੰ ਮੰਨਣ ਵਾਲੇ ਬਣ ਚੁੱਕੇ ਸੀ ਇਹਨਾਂ ਨੇ, ਔਰ ਕਲਾਲ ਜਿਹੜੇ ਸੀਗੇ ਹਕੂਮਤ ਦੇ ਵਿੱਚ ਨੌਕਰੀ ਕਰਦੇ, ਇਹਨਾਂ ਦੋਨਾਂ ਨੇ ਮਿਲ ਕੇ ਫੈਸਲਾ ਕਰ ਲਿਆ ਕਿ ਅਸੀਂ ਇਹਨਾਂ ਰੰਧਾਵਿਆਂ ਨੂੰ ਮਰਵਾ ਦੇਣਾ। ਕਹਿੰਦੇ ਇਹ ਆਏ ਹਮ ਅਬ ਹਮਰੇ ਦਾਏ, ਇਹ ਸਾਡੇ ਦਾਅ ਤੇ ਆ ਗਏ। ਪਹਿਲੋਂ ਤੁਰਕਣ ਤੇ ਭੂਮ ਲਿਖਾਏ, ਕਹਿੰਦੇ ਭਾਵੇਂ ਕਰੀਏ ਇਹਨਾਂ ਨੂੰ ਮਰਵਾਉਣ ਤੋਂ ਪਹਿਲਾਂ ਆਪਾਂ ਸਰਕਾਰ ਕੋਲ ਜ਼ਮੀਨ ਜਿਹੜੀ ਹੈ ਉਹ ਇਹਨਾਂ ਦੀ ਜਿਹੜੀ ਜ਼ਮੀਨ, ਕਿਉਂਕਿ ਜ਼ਮੀਨਾਂ ਦੇ ਮਾਲਕ ਸੀ, ਜ਼ਿਮੀਂਦਾਰ ਸੀ ਇਹ ਵਿਚਾਰੇ, ਵੀ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਆਪਣੇ ਹੱਕ 'ਚ ਲਿਖਵਾ ਲਈਏ। ਫਿਰ ਕਹਿੰਦੇ ਗਰਭ ਛੇਦ ਇਹਨਾਂ ਦਈਆਂ ਕਰਵਾਏ, ਫਿਰ ਕਹਿੰਦੇ ਇਹਨਾਂ ਦਾ ਬੀਜ ਨਾਸ਼ ਕਰ ਦੇਂਗੇ, ਇੱਥੋਂ ਤੱਕ ਕਿ ਜਿਹੜੀਆਂ ਇਹਨਾਂ ਦੀਆਂ ਗਰਭਵਤੀ ਇਸਤਰੀਆਂ ਨੇ ਉਹਨਾਂ ਦੇ ਵੀ ਗਰਭ ਅਸੀਂ ਚਾਕ ਕਰਵਾ ਦੇਂਗੇ, ਤਾਂ ਕਿ ਇਹਨਾਂ ਦੀ ਨਸਲ ਜਿਹੜੀ ਹੈ ਉਹ ਬਾਕੀ ਨਾ ਰਹੇ, ਨਸਲ ਕੁਛ ਕਰਾ ਦੇਂਗੇ। ਇਮ ਹਮ ਪੈ ਤੁਰਕਨ, ਬਹੁਤ ਤੁਰਕਨ ਖੁਸ਼ ਹੋਏ, ਕਹਿੰਦੇ ਸਾਡੇ ਤੇ ਮੁਗਲ ਵੀ ਖੁਸ਼ ਹੋ ਜਾਣਗੇ, ਹਕੂਮਤ ਖੁਸ਼ ਹੋ ਜਾਊਗੀ। ਸਿਰ ਪਾਓ ਇਨਾਮ ਚਾਹੇ ਪਾਏ ਸੋ, ਤੇ ਸਾਨੂੰ ਇਨਾਮ ਵੀ ਦੇਊਗੀ, ਸੌਪੇ ਵੀ ਦੇਊਗੀ, ਤੇ ਇਹਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਉਹ ਸਾਨੂੰ ਮਿਲ ਜਾਣਗੀਆਂ। ਗੁਪਤ ਪਾਪ ਦੋਇਨ ਗਿਣ ਲਿਓ, ਕਹਿੰਦੇ ਇਹਨਾਂ ਨੇ ਇਹ ਗੁਪਤ ਪਾਪ ਕਰਨ ਦਾ ਮਨ ਜਿਹੜਾ ਸੀ ਦੋਵਾਂ ਨੇ ਬਣਾ ਲਿਆ। ਜਾਏ ਤੁਰਕਨ ਪੈ ਤੇ ਮਹੀ ਕਹਿਓ, ਇਹਨਾਂ ਨੇ ਜਾ ਕੇ ਹਕੂਮਤ ਨੂੰ ਕਹਿ ਦਿੱਤਾ। ਜੋ ਉਨ ਆਖੀ ਤੁਰਕਨ ਕੋ ਉਨ ਤਿਮ ਹੀ ਮਨ ਲੀਨ, ਗ੍ਰਾਮ ਇਨਾਮ ਉਹ ਗਰਭ ਛੇਦ ਚੌਧਰ ਲਿਖੀ ਜ਼ਮੀਨ। ਉਹਨੇ ਕਿਹਾ ਠੀਕ ਹੈ, ਤੁਸੀਂ ਇਹਨਾਂ ਦਾ ਗਰਭ ਛੇਦ ਕਰਵਾਓ। ਗਰਭ ਛੇਦ ਦਾ ਮਤਲਬ ਹੈ ਕਿ ਇਹਨਾਂ ਦਾ ਬੀਜ ਨਾਸ਼ ਕਰਵਾਓ, ਤੁਹਾਨੂੰ ਇਹਨਾਂ ਦੀ ਜ਼ਮੀਨ ਵੀ ਦਿੱਤੀ ਜਾਏਗੀ, ਇਸ ਤੋਂ ਇਲਾਵਾ ਤੁਹਾਨੂੰ ਚੌਧਰ ਵੀ ਦਿੱਤੀ ਜਾਏਗੀ, ਤੁਹਾਨੂੰ ਇਨਾਮ ਸ਼ਨਾਮ ਜਿਹੜੇ ਆ ਉਹ ਵਾਧੂ ਦਿੱਤੇ ਜਾਣਗੇ। ਤੁਰਕ ਚਾਹੇ ਤਾਂ ਹੁੱਤ ਇਹ ਯਹੀ ਕੰਮ ਬਾਤ, ਕਹਿੰਦੇ ਉਹ ਤਾਂ ਤੁਰਕ ਤਾਂ ਚਾਹੁੰਦੇ ਸੀ ਕਿ ਇਹ ਗੱਲ ਸਿੰਘਾਂ ਨੂੰ ਮਰਵਾਵੇ ਕੋਈ ਆਵੇ। ਜਿਮ ਕਿਮ ਹੋਏ ਸਿੰਘਨ ਕੋ ਘਾਤ, ਜਿਵੇਂ ਕਿਵੇਂ ਸਿੰਘਾਂ ਦਾ ਖਾਤਮਾ ਹੋਵੇ, ਸਿੱਖਾਂ ਦੀ ਮੌਤ ਹੋਵੇ। ਜਿਮ ਜਿਮ ਉਨਕੋ ਸਿੰਘ ਦਿਸ ਆਵਤ, ਜੋ ਚਾਹਤ ਤੁਰਕਨ ਤੇ ਮਨਾਵਤ, ਕਹਿੰਦੇ ਕੋਈ ਸਿੰਘ ਨਜ਼ਰ ਆਉਂਦਾ, ਉਹ ਵਕਤ ਐਸਾ ਸੀ ਕਿ ਜਿਹਦੇ ਹੱਥ ਲੱਗ ਜਾਂਦਾ ਉਹ ਤੁਰਕਾਂ ਨੂੰ ਪਕੜਾ ਕੇ ਤੇ ਆਪਣੀ ਮਨ ਪਾਉਂਦੀ ਜਿਹੜੀ ਆ ਤੁਰਕਾਂ ਤੋਂ, ਮੁਗਲਾਂ ਦੀ ਹਕੂਮਤ ਤੋਂ ਲਾਭ ਜਿਹੜੇ ਆ ਉਹ ਲੈਂਦਾ। ਉਧਰੋਂ ਕਹਿੰਦੇ ਸਿੰਘਨ ਖਬਰ ਯਹ ਨਹ ਭਈ, ਉਹ ਗੁਆਂਢੀ ਸਿਲ ਕਰਵਾਏ, ਕਹਿੰਦੇ ਸਿੰਘਾਂ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਗੁਆਂਢ ਦੇ ਵਿੱਚ ਰਹਿਣ ਵਾਲੇ ਜਿਹੜੇ ਸਖੀ ਸਰਵੜ ਦੇ ਉਪਾਸ਼ਕ ਨੇ ਇਹ ਸਾਡੀ ਜਿਹੜੀ ਹੈ ਮੁਖਬਰੀ ਕਰ ਰਹੇ ਨੇ ਜਾਂ ਮੁਖਬਰੀ ਕਰ ਆਏ ਨੇ। ਉਸੀ ਗਿਰਦ ਛਿਪ ਦਿਨ ਰਹੇ ਰਾਤੀ ਆਵੇਂ ਗਰਾਏ, ਉਹ ਕਹਿੰਦੇ ਉਵੇਂ ਹੀ ਰਾਤ ਨੂੰ ਪਿੰਡ ਆ ਜਾਂਦੇ, ਘਰੇ ਆ ਜਾਂਦੇ, ਦਿਨੇ ਜਿਹੜੇ ਵਿਚਾਰੇ ਲੁਕ ਛਿਪ ਜਾਂਦੇ। ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀ ਕਿ ਨਾਲ ਦੇ ਇਹਨਾਂ ਪਿੰਡਾਂ ਦੇ ਜਿਹੜੇ ਸਖੀ ਸਰਵੜਿਆਂ ਨੇ ਜਾ ਕੇ ਹਕੂਮਤ ਦੇ ਕੋਲ ਜਿਹੜਾ ਹੈ ਚੁਗਲੀ ਕਰ ਦਿੱਤੀ। ਜਿਸ ਨਿਸ ਦਿਵਸ ਸਿੰਘਨ ਕੋ ਹੋਏ, ਸਿੰਘ ਹੋਏ 71 ਨਿਸ ਤੈਂ ਸੋਏ, ਤੈਂ ਦੁਸ਼ਟਨ ਸਿਲ ਸਿੰਘਨ ਕਰਾਈ, ਕਹਿੰਦੇ ਇਹਨਾਂ ਦੁਸ਼ਟਾਂ ਨੇ ਕਹਿੰਦੇ ਸਿੰਘਾਂ ਦੀ ਜਿਹੜੀ ਖਬਰ ਜਿਹੜੀ ਹੈ ਉਹ ਕਰਵਾਉਣੀ ਸ਼ੁਰੂ ਕਰ ਦਿੱਤੀ। ਇੱਕ ਸੁਲਤਾਨੀ ਪਿੰਡ ਹੀ ਮਾਹੇ, ਇਹ ਇਹਨਾਂ ਪਿੰਡਾਂ ਦੇ ਵਿੱਚ ਵੀ ਜਿਹੜੇ ਇਹ ਸਿੰਘ ਬਣੇ ਸੀਗੇ, ਇਹਨਾਂ ਪਿੰਡਾਂ ਦੇ ਵਿੱਚ ਵੀ ਇੱਕ ਸੁਲਤਾਨੀ ਰਹਿੰਦਾ ਸੀ। ਸੁਲਤਾਨੀ ਦਾ ਮਤਲਬ ਹੈ ਸੁਲਤਾਨ ਦੀ ਜਿਹੜੀ ਆ ਪੂਜਾ ਕਰਨ ਵਾਲਾ। ਤਾਂ ਉਹਦੀ ਡਿਊਟੀ ਲਾਤੀ ਵੀ ਤੂੰ ਨਿਗਾਹ ਰੱਖਣੀ ਹੈ, ਜਦੋਂ ਰਾਤ ਨੂੰ ਇਹ ਸਿੱਖ ਆਪਣੇ ਆਪਣੇ ਘਰਾਂ ਚ ਆਉਣਗੇ ਤੇ ਉਸੇ ਵਕਤ ਤੂੰ ਸਾਨੂੰ ਖਬਰ ਦੇਣੀ। ਸੋ ਸੇਲੂ ਉਹਨ ਰੱਖਿਓ ਬਣਾਏ, ਇਹਨਾਂ ਨੇ ਸੇਲੂ ਰੱਖ ਲਿਆ, ਮੁਖਬਰ ਉੱਥੇ ਬਿਠਾ ਦਿੱਤਾ ਆਪਣਾ ਬੰਦਾ। ਸਭ ਖਬਰ ਦੇ ਜੱਟਨ ਪਹੁੰਚਾਏ, ਦੇ ਜੱਟ ਆਗੇ ਤੁਰਕਣ ਘਲਾਏ, ਇਮ ਸਿੰਘਾਂ ਲਈ ਮੌਤ ਤਕਾਏ। ਕਹਿੰਦੇ ਸਿੰਘਾਂ ਇਹਨਾਂ ਸੇਲੂ ਨੇ ਖਬਰ ਜਿਹੜੀ ਹੈ ਉਹ ਇਹਨਾਂ ਨੂੰ ਦੇਣੀ ਸੀ, ਸਖੀ ਸਰੇਵੜੇ ਦੇ ਉਪਾਸ਼ਕਾਂ ਨੂੰ ਤੇ ਕਲਾਲਾਂ ਨੂੰ। ਇਹ ਵੀ ਜ਼ਿਮੀਂਦਾਰੇ ਕਰਦੇ ਸੀ ਬੇਸਿਕਲੀ ਖੇਤੀਬਾੜੀ, ਤੇ ਇਹਨਾਂ ਨੇ ਕਹਿੰਦੇ ਅੱਗੋਂ ਹਕੂਮਤ ਨੂੰ ਭੇਜਣੀ ਸੀ। ਕਹਿਨੋਂ ਕੋ ਵੈ ਹੁਤ ਹਿੰਦੂ, ਦੇਖੋ ਕਿੱਡੀ ਕਮਾਲ ਦੀ ਗੱਲ ਕਰਦੇ ਨੇ। ਕਹਿੰਦੇ ਕਹਿਣ ਨੂੰ ਤਾਂ ਇਹ ਹਿੰਦੂ ਕਹਾਉਂਦੇ ਸੀ ਆਪਣੇ ਆਪ ਨੂੰ, ਲੇਕਿਨ ਹਿੰਦੂਆਂ ਵਾਲਾ ਇਹਨਾਂ ਦਾ ਕੋਈ ਕਰਮ ਨਹੀਂ ਸੀ, ਨਾ ਦੇਵੀਆਂ ਦੀ ਉਪਾਸਨਾ, ਨਾ ਦੇਵਤਿਆਂ ਦੀ ਉਪਾਸਨਾ, ਨਾ ਮੰਦਰ ਜਾਣਾ, ਨਾ ਕੋਈ ਹਿੰਦੂ ਮਰਿਆਦਾ ਮੁਤਾਬਕ ਕਰਮ ਕਰਨੇ। ਇਹਨਾਂ ਨੇ ਪੀਰਖਾਨੇ ਆਪਣੇ ਘਰਾਂ 'ਚ ਬਣਾਏ ਸੀ, ਪੀਰਖਾਨਿਆਂ ਦੀ ਪੂਜਾ ਕਰਦੇ ਸੀ, ਪੁੱਛਾਂ ਦਕਸ਼ਨਾ ਦਿੰਦੇ ਸੀਗੇ। ਨਾ ਵੀ ਜਿਹੜੇ ਆ ਉਹ ਅੱਧੇ ਪਚੱਧੇ ਜਿਹੜੇ ਆ ਉਹ ਮੁਗਲਾਂ ਵਾਲੇ ਰੱਖੇ ਸੀ, ਤੁਰਕਾਂ ਵਾਲੇ ਰੱਖੇ ਹੋਏ ਸੀ। ਕਹਿੰਦੇ ਕਹਿਨੇ ਕੋ ਵੋ ਹਿਤ ਹੁਤ ਹਿੰਦੂ, ਕੰਮ ਸੋ ਤੁਰਕਨ ਕਰਾਹੇ। ਦੇਖੋ ਕਿੱਡੀ ਕਮਾਲ ਦੀ ਗੱਲ। ਕਹਿੰਦੇ ਕੰਮ ਜਿਹੜੇ ਆ ਇਹ ਜੋ ਹਕੂਮਤ ਕਰਦੀ ਹੈ ਉਹਨਾਂ ਵਾਲੇ ਕਰਦੇ ਨੇ, ਜ਼ਬਰ ਦੇ ਕੰਮ ਕਰਦੇ ਨੇ। ਹਿੰਦੂਆਂ ਨੇ ਹਿੰਦੂ ਫੜ ਦੇ ਮੈਂ ਮਰਵਾਵੇਂ ਸੀਸ ਕਟਾਏ, ਕਹਿੰਦੇ ਹਿੰਦੂ ਹੀ ਹਿੰਦੂਆਂ ਨੂੰ ਜਿਹੜਾ ਉਹ ਪਕੜਵਾ ਕੇ ਤੇ ਉਹਨਾਂ ਦੇ ਸਿਰ ਕਟਵਾ ਕੇ ਤੇ ਇਨਾਮ ਜਿਹੜੇ ਆ ਉਹ ਪ੍ਰਾਪਤ ਕਰਦੇ। ਇਹ ਕਵੀ ਮਾਫ ਕਰਨਾ ਰਤਨ ਸਿੰਘ ਭੰਗੂ ਜਿਹੜੇ ਨੇ ਉਹ ਆਪਣੇ ਇਸ ਗ੍ਰੰਥ ਦੇ ਵਿੱਚ ਲਿਖਦੇ। ਸਿੰਘਨ ਮੌਤ ਹੁਤ ਨੇੜੇ ਆਈ, ਸਿੰਘਾਂ ਦਾ ਕਹਿੰਦੇ ਮੌਤ ਨੇੜੇ ਆ ਗਈ। ਸਿੰਘ ਬੜੈ ਕਿਤ ਨਿਸ ਘਰ ਧਾਈ, ਦੁਸ਼ਟ ਸੇਲੂ ਦਈ ਸਿਲ ਪਹੁੰਚਾਏ, ਆਏ ਤੁਰਕਨ ਲਇਓ ਘੇਰੋ ਪਾਏ। ਮੁਗਲਾਂ ਨੇ ਘੇਰਾ ਪਾ ਲਿਆ ਕਿ ਚਾਰ ਤਰਫ ਤਿੰਨ ਫੌਜ ਖੜਵਾਈ, ਤਾਓ ਲਓ ਝੱਬ ਦੁਸ਼ਟ ਜੱਟ ਪੇ ਆਈ, ਘੇਰਾ ਕੀਨੋ ਬਹੁਤ ਕੜਾਏ, ਆਵਣ ਜਾਣ ਕੁਤੋਂ ਪਾਏ। ਇੱਕ ਰਾਤ ਨੂੰ ਫਿਰ ਜਦੋਂ ਸਿੰਘ ਆਪਣੇ ਪਰਿਵਾਰਾਂ ਦੇ ਵਿੱਚ ਆਏ ਤਾਂ ਇਹਨਾਂ ਦੇ ਘਰਾਂ ਨੂੰ ਮੁਗਲਾਂ ਦੀ ਫੌਜ ਨੇ ਜਿਹੜਾ ਸੀ ਇਹਨਾਂ ਦੀ ਮੁਖਬਰੀ ਕਰਨ ਦੇ ਉੱਤੇ ਘੇਰਾ ਪਾ ਲਿਆ।
ਇੰਨਾ ਤਕੜਾ ਘੇਰਾ ਪੈ ਗਿਆ ਕਿ ਬਾਹਰ ਜਾਣ ਦਾ ਕੋਈ ਰਸਤਾ ਜਿਹੜਾ ਹੈ ਇਹਨਾਂ ਨੇ ਛੱਡਿਆ ਨਾ। ਜਿਮ ਦੁਸ਼ਟ ਸੁਲਤਾਨੀ ਜਟਕਾ ਹੈ ਤਮਹੀ ਤੁਰਕ ਕਮਾਹੇ, ਰਲ ਮਿਲ ਦੋਵਨ ਸਿੰਘ ਕੱਟੇ ਲੱਭਿਓ ਸੋ ਛੋੜਿਓ ਨਾ ਹੈ। ਕਹਿੰਦੇ ਦੇਖੋ ਇਹਨਾਂ ਨੇ ਰਲ ਮਿਲ ਕੇ ਹਕੂਮਤ ਨਾਲ ਮਿਲ ਕੇ ਸਿੰਘਾਂ ਦਾ ਕਤਲੇਆਮ ਕਰਵਾਇਆ, ਇੱਕ ਵੀ ਜਿਹੜਾ ਸੀ ਇਹਨਾਂ ਨੇ ਸਿੰਘ ਜਿਹੜਾ ਹੈ ਨਹੀਂ ਛੱਡਿਆ। ਕੋਸ਼ਿਸ਼ ਇਹ ਕੀਤੀ ਇਹਨਾਂ ਨੇ ਕਿ ਇੱਕ ਵੀ ਸਿੰਘ ਇੱਥੇ ਬਾਕੀ ਨਾ ਬਚੇ। ਕੀ ਹੋਇਆ ਉਹ ਆਪਾਂ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਆਪਾਂ ਸੁਣਿਆ ਕਿ ਜਿਹੜੇ ਰੰਧਾਵੇ ਗੋਤ ਦੇ ਜ਼ਿਮੀਂਦਾਰ ਜਿਹੜੇ ਸਿੰਘ ਬਣੇ ਸੀ, ਉਹਨਾਂ ਨੂੰ ਮੁਖਬਰਾਂ ਨੇ ਮੁਖਬਰੀ ਕਰਕੇ ਲਾਹੌਰੋਂ ਫੌਜ ਮੰਗਵਾ ਕੇ ਰਾਤ ਨੂੰ ਜਦੋਂ ਇਹ ਘਰਾਂ ਦੇ ਵਿੱਚ ਆਏ ਆਪਣੇ, ਤੇ ਇਹਨਾਂ ਨੂੰ ਘੇਰਾ ਜਿਹੜਾ ਸੀ ਉਹ ਪਵਾ ਦਿੱਤਾ। 14 ਲੱਭੇ ਉਨ ਵੱਢਣ ਕੇ ਸੋ ਪੁਰਖ ਦੀਨੇ ਕਾਟ, ਕਹਿੰਦੇ ਚਾਰਾਂ ਪਾਸਿਆਂ ਤੋਂ ਘੇਰ ਕੇ ਇਹਨਾਂ ਨੇ ਸਾਰੇ ਜਿਹੜੇ ਸਿੰਘ ਸੀ ਉਹ ਕਤਲ ਕਰ ਦਿੱਤੇ। ਉਨ ਸਿੰਘਨ ਕੀ ਕੁੱਲ ਸਮਝ ਔਰ ਦੀਏ ਕੱਟ ਕਾਟ, ਕਹਿੰਦੇ ਕਈ ਤਾਂ ਕਹਿੰਦੇ ਨਿਹੱਕੇ ਜਿਹੜੇ ਸੀ, ਜਿਹੜੇ ਕੋਈ ਮਾੜੇ ਮੋਟੇ ਇਹਨਾਂ ਨਾਲ ਕੋਈ ਸਾਂਝ ਰੱਖਣ ਵਾਲੇ, ਕੋਈ ਘਰੇ ਇਹਨਾਂ ਨੂੰ ਮਿਲਣਗੇ ਨਾਲੇ ਆਏ, ਭਾਵੇਂ ਉਹ ਸਿੱਖ ਨਹੀਂ ਸੀ ਲੇਕਿਨ ਇਹਨਾਂ ਨੂੰ ਮਿਲਣ ਆਏ, ਪਤਾ ਸੀ ਵੀ ਰਾਤ ਨੂੰ ਸਿੰਘ ਘਰੇ ਆਉਂਦੇ ਆ, ਚੱਲ ਆਪਾਂ ਪਤਾ ਸਤਾ ਲੈ ਕੇ ਆਵਾਂਗੇ, ਉਹ ਵੀ ਕਹਿੰਦੇ ਜਿਹੜੇ ਸੀ ਇਹਨਾਂ ਨੇ ਕੱਟ ਦਿੱਤੇ ਸਿੱਖ ਸਮਝ ਕੇ। ਇਸਤਰੀਆਂ ਵੀ ਨਹੀਂ ਛੱਡੀਆਂ, ਬੱਚੇ ਵੀ ਨਹੀਂ ਛੱਡੇ, ਛੋਟੇ ਛੋਟੇ ਇਸਤਰੀਆਂ ਦੇ ਗਰਭਪਾਤ ਜਿਹੜੇ ਸੀ ਇਹਨਾਂ ਨੇ ਕੀਤੇ। ਬਹੁਤ ਬੁਰਾ ਇਹਨਾਂ ਨੇ ਜਿਹੜਾ ਸੀ ਮਾੜਾ ਕਾਲਾ ਤੇ ਭੈੜਾ ਜਿਹੜਾ ਵਿਵਹਾਰ ਜਿਹੜਾ ਸੀ ਉਹ ਸਿੰਘਾਂ ਦੇ ਨਾਲ ਕੀਤਾ। ਜੋ ਕਹੂ ਉਨਕੀ ਦ੍ਰਿਸ਼ਟ ਹੈ ਆਇਆ, ਸੋ ਤੋ ਤੇਗਨ ਮੱਧ ਕਟਾਇਆ, ਜਿਹੜਾ ਵੀ ਇਹਨਾਂ ਦੀ ਨਜ਼ਰੀ ਪਿਆ ਤਲਵਾਰ ਦੇ ਨਾਲ ਕੱਟ ਦਿੱਤਾ। ਚਾਹੇ ਉਹ ਬੱਚਾ ਸੀ, ਬਜ਼ੁਰਗ ਸੀ, ਨੌਜਵਾਨ ਸੀ, ਕੋਈ ਸੀ, ਲੇਕਿਨ ਸਿੱਖ ਸੀ ਉਹ ਇਹਨਾਂ ਨੇ ਕਤਲ ਕਰ ਦਿੱਤਾ। ਅਕੈ ਕਿਤੈ ਉਨ ਹੋਊਗ ਗਇਓ, ਇਮ ਟੰਡ ਮੂਲ ਉਨ ਹੋਊਗ ਰਹਿਓ, ਕਹਿੰਦੇ ਕੋਈ ਟੰਡ ਮੂਲ ਜਿਹੜਾ ਕਿਤੇ ਪਾਸੇ ਆਸੇ ਗਿਆ ਸੀ ਉਹ ਭਾਵੇਂ ਰਹਿ ਗਿਆ ਹੋਵੇ, ਨਹੀਂ ਤਾਂ ਕਹਿੰਦੇ ਸਾਰੇ ਦੇ ਸਾਰੇ ਉਸ ਜਗ੍ਹਾ ਦੇ ਉੱਤੇ ਜਿੰਨੇ ਸਿੰਘ ਇਹਨਾਂ ਦੇ ਘੇਰੇ ਦੇ ਵਿੱਚ ਆਏ ਇਹਨਾਂ ਨੇ ਕੱਟ ਦਿੱਤੇ। ਸਹਿਓ ਇਮੈਂ ਦੁੱਖ ਸਿੰਘਾਂ ਨੂੰ ਮਝੈਲਣ, ਸਿੰਘਾਂ ਨੇ ਮਾਝੇ ਦੇ ਵਿੱਚ, ਇਹ ਪਿੰਡ ਸੀ ਮਾਝੇ ਦੇ ਸਿੰਘ ਸੀ, ਇਹਨਾਂ ਨੇ ਦੁੱਖ ਸਹਿਆ। ਮੁੜ ਜਾਣਾ ਰਾਜ ਪੰਥ ਪਾਇਓ ਹੋਵੇ ਗਸੈਲਣ, ਮੁੜ ਕੇ ਕਹਿੰਦੇ ਫਿਰ ਇਹੀ ਘਟਨਾਵਾਂ ਜਿਹੜੀਆਂ ਸੀ ਇਹਨਾਂ ਨੇ ਸਿੰਘਾਂ ਦੇ ਅੰਦਰ ਜੋਸ਼ ਭਰਿਆ, ਜਿਹਦੀ ਬਦੌਲਤ ਰਾਜ ਭਾਗ ਜਿਹੜਾ ਸੀ ਉਹ ਮਿਲਿਆ। ਉਨ ਸਿਰ ਤੇ ਪਰੈ ਪਾਤਸ਼ਾਹੀ ਤਕਾਈ, ਤਾਂ ਹਰਨੈ ਉਨ ਲੱਭੀ ਪਾਤਸ਼ਾਹੀ, ਕਹਿੰਦੇ ਇਹਨਾਂ ਨੂੰ ਪਾਤਸ਼ਾਹੀ ਦਿਸਦੀ ਸੀ। ਜੇ ਕੋਈ ਪੁੱਛੇ ਹੁਣ ਸਿੰਘਨ ਕੁਛ ਰਹਿਓ ਹੋ ਤੋ ਟੰਡ ਮੂਲ, ਜਿਹੜਾ ਕੋਈ ਇਸ ਘਟਨਾਕ੍ਰਮ ਤੋਂ ਬਾਅਦ ਇਹਨਾਂ ਦਾ ਕੋਈ ਜਿਹੜਾ ਜਾਨਸ਼ੀਨ ਕੋਈ ਇਹਨਾਂ ਦੇ ਵਿੱਚੋਂ ਸਿੰਘ ਕੋਈ ਬਚ ਰਿਹਾ, ਉਹਨੂੰ ਪੁੱਛਦੇ ਵੀ ਕੋਈ ਲੱਭੀ ਜ਼ਮੀਨ, ਰਾਜ ਲੱਭਿਓ ਕੈ ਭੂਮ ਲੱਭੇਗੀ, ਸੋ ਬਤਾਵੇ ਸੂਲ ਸਾਨੂੰ ਦੱਸੋ। ਕਹਿੰਦੇ ਵੀ ਕੋਈ ਨਹੀਂ, ਅਸੀਂ ਇੱਕ ਦਿਨ ਆਏਗਾ ਜਦੋਂ ਇਸ ਜ਼ਮੀਨ ਦੇ ਇਸ ਧਰਤ ਦੇ ਮਾਲਕ ਬਣਾਂਗੇ। ਇਹਨਾਂ ਨੂੰ ਜਿਹੜੇ ਕੋਈ ਬਚੇ ਸਿੰਘ ਸੀ ਇਸ ਘਟਨਾਕ੍ਰਮ ਤੋਂ ਬਾਅਦ ਉਹਨਾਂ ਨੂੰ ਟੌਂਚਾਂ ਕਰਦੇ ਲੋਕ ਕਿ ਕੀ ਖੱਟਿਆ ਤੁਸੀਂ, ਤੁਹਾਡੀ ਜ਼ਮੀਨ ਗਈ, ਤੁਹਾਡੀ ਜਾਇਦਾਦ ਗਈ, ਘਰ ਬਾਹਰ ਗਿਆ, ਬੱਚੇ ਗਏ, ਤੁਹਾਡੇ ਬੱਚੇ ਤੱਕ ਜਿਹੜੇ ਸੀ ਹਕੂਮਤ ਨੇ ਨਹੀਂ ਛੱਡੀ, ਕੀ ਮਿਲਿਆ? ਕਹਿੰਦੇ ਕੋਈ ਗੱਲ ਨਹੀਂ, ਇਹ ਗੁਰੂ ਦੇ ਭਾਣੇ 'ਚ ਹੈ, ਗੁਰੂ ਦੀ ਰਜ਼ਾ ਦੇ ਵਿੱਚ ਹੈ। ਏਡਾ ਮਾੜਾ ਬੁਰਾ ਦੌਰ ਸਿੰਘਾਂ ਨੇ ਦੇਖਿਆ, ਲੇਕਿਨ ਸਿੰਘਾਂ ਨੇ ਉਸ ਦੌਰ ਦੇ ਵਿੱਚ ਹੌਸਲਾ ਹਿੰਮਤ ਜਿਹੜੀ ਹੈ ਉਹ ਬਿਲਕੁਲ ਨਹੀਂ ਹਾਰੀ ਕਿ ਠੀਕ ਹੈ ਅੱਜ ਇਹਨਾਂ ਦਾ ਵਕਤ ਹੈ, ਕੱਲ ਨੂੰ ਸਾਡਾ ਵਕਤ ਜਿਹੜਾ ਹੈ ਉਹ ਜ਼ਰੂਰ ਆਏਗਾ। ਔਰ ਇੰਨਾ ਭਰੋਸਾ ਗੁਰੂ ਦੇ ਉੱਤੇ, ਇੰਨਾ ਵਿਸ਼ਵਾਸ ਗੁਰੂ ਦੇ ਉੱਤੇ ਸਿੰਘਾਂ ਨੂੰ ਸੀ। ਕਹਿੰਦੇ ਫਿਰ ਦੇਖੋ ਗੁਰੂ ਦੀ ਕਲਾ, ਇੱਕ ਬਚਿਓ ਏਕ ਸਾਹਿਬ ਸਿੰਘ ਨਾਮ, ਕਹਿੰਦੇ ਇੱਕ ਸਾਹਿਬ ਸਿੰਘ ਇਹਨਾਂ ਦੇ ਵਿੱਚੋਂ ਸੀ ਜਿਹੜਾ ਬਚਿਆ, ਬਾਕੀ ਸਭ ਜਿਹੜੇ ਸੀ ਸਿੰਘ ਜਿਹੜੇ ਸੀ ਰੰਧਾਵਿਆਂ ਦੇ ਵਿੱਚੋਂ ਸਾਰੇ ਸਿੰਘ ਜਿਹੜੇ ਸੀ ਉਹ ਕਤਲ ਕਰ ਦਿੱਤੇ। ਬੱਚੇ, ਬਜ਼ੁਰਗ, ਇਸਤਰੀਆਂ, ਗਰਭ ਦੇ ਵਿੱਚ ਬੱਚੇ ਤੱਕ ਇਹਨਾਂ ਨੇ ਕਤਲ ਕਰ ਦਿੱਤੇ। ਲੇਕਿਨ ਇਹਨਾਂ ਦੇ ਵਿੱਚੋਂ, ਇਹਨਾਂ ਪਰਿਵਾਰਾਂ ਦੇ ਵਿੱਚੋਂ ਇੱਕ ਸਿੱਖ ਜਿਹਦਾ ਨਾਂ ਸਾਹਿਬ ਸਿੰਘ ਸੀ ਉਹ ਬਚ ਗਿਆ। ਬਚਿਆ ਕਿਉਂ? ਕਿ ਤੋ ਗਇਓ ਹੋ ਤੋ ਉਥੋਂ ਔਰ ਗ੍ਰਾਮ, ਉਹ ਕਿਸੇ ਹੋਰ ਪਿੰਡ ਗਿਆ ਹੋਇਆ ਸੀ। ਸ੍ਰੀ ਅੰਮ੍ਰਿਤਸਰ ਕੀ ਲੱਭੀ ਉਨਕਾਰ, ਉਹ ਫਿਰ ਜਦੋਂ ਉਹਨੂੰ ਪਤਾ ਲੱਗਿਆ ਕਿ ਸਾਡੇ ਖਾਨਦਾਨ ਪੂਰਾ ਦਾ ਪੂਰਾ ਜਿਹੜਾ ਸਾਡੇ ਪਰਿਵਾਰ ਮਾਰ ਦਿੱਤੇ ਨੇ, ਬੱਚੇ ਮਾਰ ਦਿੱਤੇ ਨੇ, ਕਹਿੰਦੇ ਉਹ ਅੰਮ੍ਰਿਤਸਰ ਦਰਬਾਰ ਸਾਹਿਬ ਆ ਗਿਆ। ਭਾਏ ਅਰਦਾਸੀਏ ਸੱਚੇ ਦਰਬਾਰ, ਉਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਅਰਦਾਸੀਆ ਜਿਹੜਾ ਸੀ ਉਹ ਅਰਦਾਸੀਏ ਦੀ ਸੇਵਾ ਕਰਨ ਲੱਗ ਪਿਆ। ਉਹਨੇ ਇਜੈ ਵਿਜੈ ਕੀ ਪਦਵੀ ਪਾਈ, ਸ਼ਾਹ ਪਾਤਸ਼ਾਹ ਉਨ ਚਰਨ ਛੁਹਾਈ। ਇੱਕ ਐਸਾ ਵਕਤ ਆਇਆ, ਐਸਾ ਸਮਾਂ ਆਇਆ ਕਿ ਉਸ ਭਾਈ ਸਾਹਿਬ ਸਿੰਘ ਨੇ ਇਜੈ ਵਿਜੈ ਕੀ ਪਦਵੀ ਨੂੰ ਪ੍ਰਾਪਤ ਕੀਤਾ। ਵੱਡੇ ਵੱਡੇ ਜਿਹੜੇ ਸੀ ਉਹਦੇ ਪੈਰੀਂ ਹੱਥ ਲਾਉਂਦੇ ਸੀ, ਚਰਨੀ ਨਮਸਕਾਰ ਕਰਦੇ ਸੀ। ਇਸ ਤਰ੍ਹਾਂ ਦਾ ਉਸਨੇ ਆਪਣਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦਾ ਅਰਦਾਸੀਆਂ ਹੁੰਦਿਆਂ ਜੀਵਨ ਬਣਾ ਲਿਆ। ਉਨ ਪੈ ਕਿਰਪਾ ਇਮ ਸਿਰ ਗੁਰ ਭਈ, ਫਿਰ ਕਹਿੰਦੇ ਗੁਰੂ ਦੀ ਐਸੀ ਕਿਰਪਾ ਹੋਈ, ਕਹਿੰਦੇ ਉਨ ਰਾਜ ਭੂਮੋ ਅਦਕਾਏ ਲਈ, ਕਹਿੰਦੇ ਇਹਨੇ ਬਹੁਤ ਵੱਡੀ ਜ਼ਮੀਨ ਜਾਇਦਾਦ ਰੁਤਬਾ ਜਿਹੜਾ ਸੀ ਉਹ ਹਾਸਲ ਕੀਤਾ। ਉਨ ਪੁੱਤ ਪੋਤਰੇ ਬਹੁ ਭਾਏ, ਫਿਰ ਇਹਨਾਂ ਦੇ ਇਹਦੇ ਕਹਿੰਦੇ ਪੁੱਤਰ ਪੋਤਰੇ ਜਿਹੜੇ ਸੀ ਬੜੇ ਹੋਏ ਅੱਗੋਂ।
भूम भी अपन छुड़वाए। इन्होंने आपकी जमीन भी जी फिर छुड़ाई, जी इन्होंने सारे खानदानों की जी जमीन सी ना जिन्हों पर कब्जा कर लिया सीगा उन्होंने लोगों ने जिन्होंने सूह दी सी मुगल हुकूमत तो जमीन अपने नां करा ली सी। इन्हों के फिर पुत्रा पोतरिया ने वो जमीन जी सिख राज के वेले मिसलों के राज के वेले जोड़े वो इन्हों तो छुड़वाई, फिर छित्र मार मार के जमीन सारी वापस लाई। बदले लए दुश्मनों ते खालसे के बल पाए, फिर खालसे के जोर के नाल जो अपना राज आया उदों फिर इन्होंने इस कतलेआम का जोड़ा सी बदला लिया। उन्होंने दुष्टां सारिਆਂ सोधिया, अपनी जमीनां जायदादां घर बार सारे जोड़े सी उन्होंने दुष्टां के कब्जे चों जोड़े सी छुड़वाए। इस एक साहब सिंह के फिर अगों जोड़े पुत्र पोतरे होए। बाणी दे विच एक वचन भी है कि दावा अगन बहुत तृण जाले कोई हरिया बूट रहे हो रही। तो एक बूट जिहड़ा सी इन्हां परिवारां दे विचों रह गया सी, जिहड़ा हरा होया ते हरे इस बूट तो मुड़ जिहड़ा सी फिर जंगल जिहड़ा सी वो हरा भरा जिहड़ा सी वो स्थापित हो गया। गुरु खालसे दा इतिहास है, गुरु खालसे की तवारीख है, की होया आपां सुणांगे। वाहिगुरू जी का खालसा, वाहिगुरू जी का खालसा, वाहिगुरू जी की फतेह। कल आपां तारा सिंह वां जो सिख पंथ के महान योधे सूरबीर जरनैल सी उन्हां दी शहीदी की गाथा जिहड़ी है भाई रतन सिंह भंगू जी के शब्दों के सुनी। 18वीं सदी के विच एक होर वापरी घटना का उल्लेख रतन सिंह जी भंगू ने किया कि किस तरह बहुत वड्डी पद्धर के उत्ते सिखां का कतलेआम जिहड़ा सी वो होया। रतन सिंह भंगू जी जिक्र करते हैं, कहते सुनहो साखी और सिंघन की जिन तुरकन सिर लाए, जिन्हों ने तुरकों के सिर अपने सीस लाए शहादतां दित्तियां उन्हां सिंघां दी जिहड़ी साखी जिहड़ी है वो सुनो। सिदक रखियो गुर बचन पर, जिन्हों ने गुरु के बचनों के उत्ते भरोसा रखिया। भाई वो केसन सासन निभाहे और केसां स्वासां दे नाल जिहड़ा है वो सिक्खी निभाही। उन्हां दी मैं तुहानूं गल जिहड़ी है वो दस्सण लग्या। नाम ठाम जात गोत बताऊं, सिक्खी सांझ हित टहल उठाऊं। मैं उन्हां दे नाम पता गोत्र सब दसांगा। मेरे वो सिख भरा है ते उन्हां सिखां भरावां दा इतिहास दस्सण दी सेवा जिहड़ी है करके मैं गुरु की खुशी लांगा, सेवा करांगा उन्हां दी, उन्हां दा इतिहास दस के। सुनी जिसै बिद बड़ियन पास, मैं जिस तरह अपने बड़ियां बजुर्गों तो सुनी है। कहूँ ते मैं पद पंथ रख हेत दास, मैं उस तरह ही जड़ा है वो मैं तुहानूं सुणाउणी है। कहते होया की कि खुद रंधावा चमंडा बाई बास, चमंडा पिंड सी, उत्थे रंधावा गोत नाल संबंधित बहुत सारे जिहड़े है वो जिमीदार जट परिवार बसते सी। मध एक कैरों नंगल भास ते एक विच कैरों सी नंगल सी, ये जापदा है। उन मध ते कुछ गुरपंथ आए, कहते इस इलाके दे विचों ये जिहड़े पिंड सी ना दसे कवि जी ने, इन्हां पिंडां तो कुछ रंधावे गोत नाल संबंधित जिहड़े जिमीदार सी वो गुरु खालसा दे पंथ दे विच जिहड़ा है वो शामिल हो गए। खंडे पाहुल लई शस्त्र उठाए, इन्हां ने खंडे बाटे की पाहुल जिहड़ी है वो चुक लई, माफ करना, खंडे बाटे की पाहुल छक लई और शस्त्र जिहड़े सी वो चुक लए। जिमें सतगुर आग्या दई, जिमें सतगुरां ने आग्या दित्ती उसे तरह ही इन्हां ने मतलब करना शुरू कर दिता, जीवन बतीत उसे भांति इन्हां ने जिहड़ा सी वो रखना शुरू कर दिता। वही भांत तिन करनी पई, कहते इन्हां दी करनी उस तरह की हो गई जिस तरह की गुरु साहब ने जिहड़ा है मर्यादा दसी है। रले पंथ गुर करे दंगाही, लाहौर दिल्ली तक इन्हां ने जिहड़ियां मारां जिहड़ियां सी वो मारनियां शुरू कर दित्तियां। कहते जो चक्यो हुत खालसे तोर, इन भी ते मैं मचायो शोर। जिवें बाकी दे सिंह जिहड़े है वो लड़ रहे सी जंगा युद्धां दे विच मैदानां दे विच, इन्हां ने भी उस भांत जिहड़ा सी लड़ना शुरू कर दिता। खंडे बाटे की पौल छक लई, गुरु की मर्यादा मुताबिक जिंदगी बतीत करनी शुरू कर दी। इस गल का पता जिहड़ा सी वो तुरकां नूं लग गया, हुकूमत नूं लग गया। सौ खबर या तुरकन पाई आए मारन उनकर धाई, और तुरकां की फौज जिहड़ी है लाहौरों इन्हां नूं खत्म करन वास्ते जिहड़ा वड्डी गिनती दे विच पुजी।
देखो किड्डी सितमगिरी है कि ਸਿੰਘਨ ਪੈ ਗੜ न हो तो जिस्त की ओट लड़ा है। कहते ਸਿੰਘਾਂ ਦੇ ਕੋਲ ਕੋਈ ਕਿਲਾ ਨਹੀਂ ਹੈ ਜਿਹਦੀ ਓਟ ਦੇ ਵਿੱਚੋਂ ਲੜਨਾ। ਉਹਨਾਂ ਨੱਠ ਰੋਹੀ ਮੱਧ ਛਿਪੈ। ਕਹਿੰਦੇ ਇਹ ਵੱਧ ਤੋਂ ਵੱਧ ਰੋਹੀਆਂ ਦੇ ਵਿੱਚ ਚਲੇ ਜਾਂਦੇ ਨੇ, ਬੀਆਬਾਨਾਂ ਦੇ ਵਿੱਚ ਚਲੇ ਜਾਂਦੇ ਨੇ, ਜਾਂ ਦਰਿਆਵਾਂ ਦੇ ਝੱਲਾਂ 'ਚ ਚਲੇ ਜਾਂਦੇ ਨੇ। ਕਹਿ ਖੂਹਨ ਖੱਡਣ ਮਾਹੇ, ਕੋਈ ਖੂਹਾਂ ਖੱਡਾਂ ਦੇ ਵਿੱਚ ਚਲੇ ਜਾਂਦੇ ਨੇ। ਸੁਣੀ ਤੁਰਕਣ ਜਬ ਤੁਰਕ ਅਵਾਈ, ਸੁਣੀ ਸਿੰਘਣ ਜਬ ਤੁਰਕ ਅਵਾਈ। ਜਦੋਂ ਕਹਿੰਦੇ ਸਿੰਘਾਂ ਨੇ ਇਹ ਗੱਲ ਸੁਣੀ, ਅਫਵਾਹ ਸੁਣੀ ਕਿ ਮੁਗਲਾਂ ਦੀ ਫੌਜ ਜਿਹੜੀ ਹੈ ਸਾਨੂੰ ਖਤਮ ਕਰਨ ਵਾਸਤੇ ਆ ਰਹੀ ਹੈ। ਇਹ ਜਿਹੜੇ ਚਮੰਡੇ ਪਿੰਡ ਦੇ ਕੁਝ ਜ਼ਿਮੀਂਦਾਰ ਸੀ, ਕੁਝ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਸੀ ਜਿਹੜੇ ਸਿੱਖੀ ਦੇ ਵਿੱਚ ਪ੍ਰਵੇਸ਼ ਕਰ ਗਏ ਔਰ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਛਕ ਲਈ। ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਮੁਗਲਾਂ ਦੀ ਫੌਜ ਜਿਹੜੀ ਹੈ ਉਹ ਸਾਡੇ ਨਾਲ ਯੁੱਧ ਲੜਨ ਵਾਸਤੇ, ਸਾਡੇ ਨਾਲ ਜੰਗ ਲੜਨ ਵਾਸਤੇ ਆ ਰਹੀ ਹੈ, ਕਹਿੰਦੇ ਇਹਨਾਂ ਨੇ ਕੀ ਕੀਤਾ। ਕਹਿੰਦੇ ਛੱਡ ਕਰ ਘਰ ਗਏ ਬਣਹਿ ਲੋਕਾਈ। ਕਹਿੰਦੇ ਇਹ ਘਰ-ਬਾਰ ਛੱਡ ਕੇ ਜੰਗਲਾਂ 'ਚ ਲੋਕ ਗਏ। ਔਰ ਹੁਤੇ ਉਹਨੇ ਕੇ ਟੱਬਰ ਜਿਹੂ, ਜਿਹੜੇ ਇਹਨਾਂ ਦੇ ਪਰਿਵਾਰ ਸੀ, ਬੱਚੇ ਸੀ, ਬਜ਼ੁਰਗ ਸੀ, ਇਸਤਰੀਆਂ ਸੀ, ਰਲ ਮਿਲ ਲੋਕਨ ਬਚ ਰਹੇ ਤੋਂ ਉਹ ਕਹਿੰਦੇ ਆਮ ਘਰ-ਬਾਰ ਛੱਡ ਕੇ ਆਮ ਲੋਕਾਂ ਦੇ ਵਿੱਚ ਕਿਸੇ ਰਿਸ਼ਤੇਦਾਰੀ 'ਚ, ਕਿਸੇ ਜਾਣ ਪਛਾਣ ਵਾਲੇ ਦੇ ਘਰਾਂ 'ਚ ਚਲੇ ਗਏ ਔਰ ਇਹਨਾਂ ਦਾ ਜਿਹੜਾ ਬਚਾਅ ਹੋ ਗਿਆ। ਦਿਨੇ ਸਿੰਘ ਹੁਤ ਤੇ ਥਿਨ ਨਾਹੇ। ਦਿਨੇ ਤਾਂ ਸਿੰਘ ਕਹਿੰਦੇ ਘਰਾਂ 'ਚ ਹੈ ਨਹੀਂ ਸੀ। ਰਾਤ ਭਰੀ ਆਬਦ ਘਰ ਮਾਹੀ। ਜਦੋਂ ਰਾਤ ਪੈ ਜਾਂਦੀ ਉਦੋਂ ਸਾਰੇ ਜਿਹੜੇ ਸੀ ਆਪਦੇ ਘਰਾਂ 'ਚ ਆ ਜਾਂਦੇ, ਬੱਚੇ, ਬਜ਼ੁਰਗ, ਇਸਤਰੀਆਂ। ਦੇਖੋ ਕੈਸਾ ਸਮਾਂ ਸੀ ਕਿ ਸਿੰਘਾਂ ਨੂੰ ਆਪਣੇ ਘਰ ਦੇ ਵਿੱਚ ਟਿਕਣਾ ਵੀ ਜਿਹੜਾ ਹੈ ਉਹ ਨਸੀਬ ਨਹੀਂ ਸੀ ਹੁੰਦਾ। ਜਦੋਂ ਰਾਤ ਹੁੰਦੀ ਤੇ ਸਾਰੇ ਜਿਹੜੇ ਸੀ ਪਰਿਵਾਰ ਆਪਣੇ ਆਪਣੇ ਘਰਾਂ 'ਚ ਆ ਜਾਂਦੇ। ਜਦੋਂ ਦਿਨ ਚੜ੍ਹਦਾ, ਦਿਨ ਚੜ੍ਹਦੇ ਦੇ ਨਾਲ ਹੀ ਇਹ ਸਾਰੇ ਸਿੰਘ ਝੱਲਾਂ 'ਚ ਚਲੇ ਜਾਂਦੇ, ਬਣਾ 'ਚ ਚਲੇ ਜਾਂਦੇ। ਜਿਹੜੇ ਪਰਿਵਾਰ ਸੀ ਉਹ ਸੱਜੇ ਖੱਬੇ ਰਿਸ਼ਤੇਦਾਰਾਂ ਦੇ ਜਾਂ ਜਾਣ ਪਛਾਣ ਵਾਲਿਆਂ ਦੇ ਘਰਾਂ ਦੇ ਵਿੱਚ ਜਿਹੜੇ ਸੀ ਉਹ ਦਿਨ ਬਤੀਤ ਕਰਦੇ। ਕਹਿੰਦੇ ਇਸੀ ਬਾਰ ਤੇਊ ਇਮ ਬਚ ਰਹੇ। ਕਹਿੰਦੇ ਇਸ ਤਰ੍ਹਾਂ ਇੱਕ ਵਾਰੀ ਜਿਹੜੇ ਸੀ ਇਹ ਮੁਗਲਾਂ ਤੋਂ ਬਚ ਗਏ। ਹੱਥ ਨਾ ਆਏ ਵੈ ਖਾਲੀ ਗਏ। ਇਹ ਹੱਥ ਨਹੀਂ ਆਏ ਔਰ ਤੁਰਕ ਜਿਹੜੇ ਸੀ ਉਹ ਖਾਲੀ ਚਲੇ ਗਏ। ਜਬ ਖਾਲੀ ਤੁਰਕ ਇਮ ਗਏ ਨਮੋਸ਼ੀ ਤਾਹੇ। ਕਹਿੰਦੇ ਜਦੋਂ ਮੁਗਲ ਖਾਲੀ ਗਏ ਤੇ ਉਹਨਾਂ ਨੂੰ ਬੜੀ ਨਮੋਸ਼ੀ ਆਈ ਕਿ ਅਸੀਂ ਸਿੱਖਾਂ ਦੇ ਘਰਾਂ 'ਚ ਛਾਪੇ ਮਾਰੇ ਆ, ਲੇਕਿਨ ਸਿੱਖ ਜਿਹੜਾ ਸਾਨੂੰ ਕੋਈ ਨਜ਼ਰ ਨਹੀਂ ਆਇਆ। ਚਿੱਤੈ ਜਮਝੂਰਤ ਫਿਰੈ ਮਾਰਨ ਸਿੰਘਰ ਫਰਾਹੇ। ਇਹ ਚਿੱਤ ਦੇ ਵਿੱਚ ਚੁਰਨ ਲੱਗ ਪਏ ਤੇ ਸਿੰਘਾਂ ਨੂੰ ਜਿਹੜਾ ਸੀ ਉਹ ਮਾਰਨ ਵਾਸਤੇ ਤਰਕੀਬਾਂ ਸਕੀਮਾਂ ਜਿਹੜੇ ਸੀ ਉਹ ਸੋਚਣ ਲੱਗ ਪਏ। ਤੁਰਕ ਸਿੰਘਨ ਫਿਰ ਚਾਹੇ ਮਾਰਨ, ਸਿੰਘ ਵੀ ਚਾਹੇ ਵਕਤ ਗੁਜ਼ਾਰਨ। ਸਿੰਘ ਵਕਤ ਕੱਟ ਰਹੇ ਨੇ। ਕਹੇ ਸਿੰਘ ਕਬ ਹਮ ਵਕਤ ਆਵਗ। ਸਿੰਘ ਕਹਿੰਦੇ ਕਦੇ ਸਾਡੇ ਤੇ ਵੀ ਸਮਾਂ ਆਏਗਾ। ਹਮ ਤੈ ਲੁਕ ਤੁਰਕ ਜਿੰਦ ਬਚਾਵਤ। ਜਦੋਂ ਸਾਡੇ ਤੋਂ ਲੁਕਦੇ ਇਹ ਲੋਕ ਜਿਹੜੇ ਹਕੂਮਤ ਨਾਲ ਜੁੜੇ ਨੇ ਇਹ ਜਾਨਾਂ ਬਚਾਉਣਗੇ। ਕਦੇ ਇਹੋ ਜਿਹਾ ਸਮਾਂ ਵੀ ਗੁਰੂ ਜ਼ਰੂਰ ਲੈ ਕੇ ਆਊਗਾ। ਇੰਨਾ ਭਰੋਸਾ ਸਿੰਘਾਂ ਦਾ ਗੁਰੂ ਦੇ ਉੱਤੇ, ਅਕਾਲ ਪੁਰਖ ਦੇ ਉੱਤੇ। ਹੰਨੇ ਹੰਨੇ ਹੋਏ ਬਹਿ ਪਾਤਸ਼ਾਹੀ। ਕਦੇ ਐਸਾ ਸਮਾਂ ਆਊਗਾ ਜਦੋਂ ਹੰਨੇ ਹੰਨੇ ਸਾਡੀ ਬਾਦਸ਼ਾਹਤ ਹੋਊਗੀ, ਸਾਡਾ ਰਾਜ ਹੋਊਗਾ। ਲਹਿ ਆਪ ਆਪਣੋ ਮੁਲਕ ਉਗਰਾਹੇ। ਔਰ ਅਸੀਂ ਆਪਣੇ ਮੁਲਕ ਦੇ ਵਿੱਚ ਮਾਮਲਾ ਉਗਰਾ ਕੇ ਆਪਣੇ ਮੁਲਕ ਦੇ ਵਿੱਚ ਜ਼ਿੰਦਗੀ ਜਿਹੜੀ ਹੈ ਉਹ ਬਸਰ ਕਰਾਂਗੇ। ਯਾਨੀ ਸਿੱਖਾਂ ਦੇ ਅੰਦਰ ਇੱਕ ਸੁਪਨਾ ਸੀ ਦੇਖਿਆ ਤੇ ਉਸ ਸੁਪਨੇ ਨੂੰ ਪੂਰਾ ਕਰਨ ਦਾ ਚਾਅ ਸੀ। ਤੇ ਉਹ ਸੁਪਨਾ ਕੀ ਸੀ? ਉਹ ਸੁਪਨਾ ਸੀ ਆਪਣੀ ਇੱਕ ਵੱਖਰੀ ਸਟੇਟ ਦਾ, ਕਿ ਸਾਡੀ ਵੀ ਕਦੇ ਸਟੇਟ ਹੋਏਗੀ, ਸਾਡਾ ਵੀ ਕਦੇ ਰਾਜ ਹੋਏਗਾ ਜਿੱਥੇ ਅਸੀਂ ਸੁੱਖ ਦੀ ਜ਼ਿੰਦਗੀ ਬਤੀਤ ਕਰਾਂਗੇ, ਜਿੱਥੇ ਸਾਡਾ ਸਾਰਾ ਜਿਹੜਾ ਹੈ ਉਹ ਜੀਵਨ ਸੁੱਖ ਦੇ ਨਾਲ ਬੀਤੇਗਾ। ਹਮ ਗੁਰ ਬਚਨ ਝੂਠ ਤੋਂ ਨਹੀਂ। ਕਹਿੰਦੇ ਗੁਰੂ ਨੇ ਜਿਹੜਾ ਬਚਨ ਆਖਿਆ ਕਿ ਸਿੰਘੋ ਤੁਹਾਨੂੰ ਕਦੇ ਰਾਜ ਮਿਲੇਗਾ, ਉਹ ਬਚਨ ਕਦੇ ਝੂਠਾ ਨਹੀਂ ਹੋ ਸਕਦਾ। ਹਮ ਸਹੀ ਜਾਏ ਦੁੱਖ ਕਟਾਂ ਤਹਾਈ। ਇਸ ਕਰਕੇ ਅਸੀਂ ਦੁੱਖ ਜਿਹੜੇ ਆ ਸਹਾਂਗੇ। ਅੱਜ ਦੇ ਸਮੇਂ ਦੇ ਵਿੱਚ ਅਸੀਂ ਤਕਲੀਫਾਂ, ਦੁੱਖ ਸਹਿਣ ਵਾਸਤੇ ਤਿਆਰ ਨਹੀਂ। ਸਾਨੂੰ ਗੁਰੂ ਦੇ ਬਚਨਾਂ ਦੇ ਉੱਤੇ ਭਰੋਸਾ ਵੀ ਨਹੀਂ ਰਿਹਾ। ਲੇਕਿਨ ਉਹਨਾਂ ਸਿੰਘਾਂ ਨੇ ਇਸ ਕਰਕੇ ਦੁੱਖ ਤਕਲੀਫਾਂ ਸਹਿੰਦਿਆਂ ਹੋਇਆਂ ਮੁਕਾਬਲਾ ਕੀਤਾ ਹਕੂਮਤ ਦੇ ਜ਼ਬਰ ਜ਼ੁਲਮ ਦਾ ਕਿ ਕਦੇ ਸਾਡਾ ਰਾਜ ਆਵੇਗਾ। ਕਿਉਂ ਰਾਜ ਆਵੇਗਾ? ਕਿਉਂਕਿ ਗੁਰੂ ਨੇ ਸਾਨੂੰ ਵਚਨ ਦਿੱਤਾ ਹੈ ਤੇ ਗੁਰੂ ਦਾ ਵਚਨ ਜਿਹੜਾ ਹੈ ਉਹ ਕਦੇ ਝੂਠਾ ਨਹੀਂ ਹੁੰਦਾ। ਕੀ ਹੋਇਆ ਉਹ ਆਪਾਂ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸੁਣਿਆ ਕਿ ਕਿਸ ਤਰ੍ਹਾਂ ਚਮੰਡੇ ਤੇ ਆਸੇ-ਪਾਸੇ ਦੇ ਪਿੰਡਾਂ ਦੇ ਕੁਝ ਰੰਧਾਵੇ ਗੋਤ ਦੇ ਜਿਹੜੇ ਜ਼ਿਮੀਂਦਾਰ ਸੀ ਉਹ ਸਿੱਖੀ 'ਚ ਪ੍ਰਵੇਸ਼ ਕਰ ਗਏ। ਉਹਨਾਂ ਦੇ ਉੱਤੇ ਜ਼ੁਲਮ, ਜ਼ਬਰ ਤੇ ਤਸ਼ੱਦਦ ਜਿਹੜਾ ਸੀ ਉਹ ਬਹੁਤ ਹੋਇਆ। ਘਰਾਂ ਦੇ ਵਿੱਚ ਰਹਿਣਾ ਨਹੀਂ ਸੀ ਮਿਲਦਾ। ਰਾਤ ਨੂੰ ਆਪਣੇ ਘਰਾਂ 'ਚ ਆਉਂਦੇ ਸੀ, ਦਿਨੇ ਜਿਹੜਾ ਹੈ ਉਹ ਜੰਗਲਾਂ ਬੇਲਿਆਂ ਦੇ ਵਿੱਚ ਜਿਹੜੇ ਪੁਰਸ਼ ਸੀ ਉਹ ਚਲੇ ਜਾਂਦੇ ਸੀ, ਜਿਹੜੇ ਬੱਚੇ, ਇਸਤਰੀਆਂ ਸੀ ਉਹ ਰਿਸ਼ਤੇਦਾਰਾਂ ਜਾਂ ਜਾਨਸ਼ੀਨਾਂ ਦੇ ਘਰਾਂ ਦੇ ਵਿੱਚ ਦਿਨ ਬਤੀਤ ਕਰਦੇ। ਲੇਕਿਨ ਸਿੰਘਾਂ ਨੂੰ ਭਰੋਸਾ ਸੀ ਕਿ ਇੱਕ ਦਿਨ ਸਾਡਾ ਰਾਜ ਆਏਗਾ। ਹੁਤੇ ਵਤਨ ਮਦ ਸਾਕ ਮੈਂ ਸਿੰਘ ਬਸੈ ਨਿਜ ਦੇਸ਼। ਤਿਹੀ ਗੁਜ਼ਾਰਾ ਸਿੰਘ ਕਰਹਿ ਲੁਕ ਛਿਪ ਰੱਖ ਗੁਰ ਭੇਸ। ਲੇਕਿਨ ਆਪਣਾ ਗੁਰੂ ਸਰੂਪ ਜਿਹੜਾ ਉਹ ਕਾਇਮ ਰੱਖ ਕੇ ਲੁਕ ਛਿਪ ਕੇ ਜ਼ਿੰਦਗੀ ਬਤੀਤ ਕਰਦੇ ਸੀ। ਹੁਣ ਕਹਿੰਦੇ ਸੁਣੋ, ਅਬ ਫਿਰ ਸੁਣੋ ਉਨ ਸਿੰਘਨ ਬਾਤ। ਉਹਨਾਂ ਸਿੰਘਾਂ ਦੇ ਨਾਲ ਹੋਇਆ ਕੀ? ਸੁਣੋ, ਕਹਿੰਦੇ ਕਿਰਾਏ ਦਿਓ ਜਿਮ ਦੁਸ਼ਟਨ ਘਾਤ। ਉਹਨਾਂ ਦਾ ਕਹਿੰਦੇ ਦੁਸ਼ਟਾਂ ਨੇ ਘਾਤ ਕੀਤਾ, ਕਤਲੇਆਮ ਕੀਤਾ। ਉਹ ਕਿਵੇਂ ਹੋਇਆ?
हुतो सजादो सुल्तानियो ग्राम, कहते एक सजादा पिंड सी जिहड़ा सारा दा सारा जिहड़ा है वो सखी सरवर नूं मनण वाला सी। जिवें आपां देखदे ना कई पीरखानिਆਂ ਨੂੰ ਮੰਨਦੇ ਆ, ਰੋਟ ਵਗੈਰਾ ਪਾਉਂਦੇ ਆ, ਦਿੰਦੇ ਆ, ਪੁੱਛਾਂ ਦਛਣਾ ਵਗੈਰਾ ਜਿਹੜੇ ਆ ਉਹ ਕੱਢਦੇ ਆ। ਇਹ ਸਾਰਾ ਪਿੰਡ ਜਿਹੜਾ ਸੀ ਇਹ ਇਹਨਾਂ ਲੋਕਾਂ ਦਾ ਸੀ। ਉਸ ਕਹੇ ਹਿੰਦੂ ਕਰੇ ਤੁਰਕਨ ਕਾਮ, ਕਹਿੰਦੇ ਇਹ ਕਹਿੰਦੇ ਤਾਂ ਇਹਨਾਂ ਨੂੰ ਹਿੰਦੂ ਸੀ ਲੇਕਿਨ ਇਹਨਾਂ ਦੇ ਕੰਮ ਜਿਹੜੇ ਆ ਉਹ ਤੁਰਕਾਂ ਵਾਲੇ ਸੀ। ਤੁਰਕਾਂ ਵਾਲੇ ਕਿਉਂ ਸੀ? ਕਿਉਂਕਿ ਦੇਵੀ ਦੇਵਤਿਆਂ ਦੀ ਉਪਾਸਨਾ ਛੱਡ ਕੇ ਆਪਦੇ ਜਿਹੜੇ ਹਿੰਦੂ ਧਰਮ ਦੇ ਜਿਹੜੇ ਰੀਤੀ ਰਿਵਾਜ ਮਰਿਆਦਾ ਛੱਡ ਕੇ ਇਹ ਪੀਰਖਾਨਿਆਂ ਨੂੰ ਜਿਹੜਾ ਹੈ ਉਹ ਮੰਨਦੇ ਸੀ। ਹੁਣ ਸਾਥ ਰਲਾਏ ਮੁਸਲੇ ਕਲਾਲ, ਤੇ ਇਹਨਾਂ ਨੇ ਕੁਝ ਮੁਸਲਮਾਨ ਜਿਹੜੇ ਸੀ ਕਲਾਲ ਉਹ ਆਪਣੇ ਨਾਲ ਰਲਾ ਲਏ। ਤੇ ਉਹ ਚਾਕਰ ਹੁਤ ਤੁਰਕਨ ਨਾਲ, ਤੇ ਉਹ ਜਿਹੜੇ ਕਲਾਲ ਸੀਗੇ ਮੁਸਲਮਾਨ ਸੀ ਮਜ਼ਹਬ ਉਹਨਾਂ ਦਾ, ਤੇ ਉਹਨਾਂ ਦੀ ਹਕੂਮਤ ਦੇ ਵਿੱਚ ਜਿਹੜੀ ਹੈ ਚਾਕਰੀ ਸੀ ਹਕੂਮਤ ਦੀ, ਉਹ ਨੌਕਰ ਸੀ। ਹਕੂਮਤ ਨਾਲ ਉਹਨਾਂ ਦਾ ਜਿਹੜਾ ਰਿਸ਼ਤਾ ਸੀ। ਇਵੇਂ ਮਿਲ ਦੋਵਨ ਮਤੇ ਪਕਾਏ, ਕਹਿੰਦੇ ਇਹਨਾਂ ਦੋਨਾਂ ਨੇ ਮਿਲ ਕੇ ਮਤੇ ਪਕਾ ਲਏ, ਫੈਸਲਾ ਕਰ ਲਿਆ ਕਿ ਰੰਧਾਵਨ ਸਿੰਘਨ ਦਈਨ ਮਰਵਾਏ, ਕਹਿੰਦੇ ਇਹਨਾਂ ਇਹ ਜਿਹੜੇ ਰੰਧਾਵੇ ਸਿੰਘ ਸਜੇ ਨੇ ਇਹਨਾਂ ਨੂੰ ਆਪਾਂ ਜਿਹੜਾ ਹੈ ਉਹ ਮਰਵਾਉਣਾ ਹੈ। ਸਜਾਦੇ ਪਿੰਡ ਦੇ ਜਿਹੜੇ ਹਿੰਦੂ ਸਖੀ ਸਰਵਰ ਨੂੰ ਮੰਨਣ ਵਾਲੇ ਬਣ ਚੁੱਕੇ ਸੀ, ਪੀਰਖਾਨੇ ਨੂੰ ਮੰਨਣ ਵਾਲੇ ਬਣ ਚੁੱਕੇ ਸੀ ਇਹਨਾਂ ਨੇ, ਔਰ ਕਲਾਲ ਜਿਹੜੇ ਸੀਗੇ ਹਕੂਮਤ ਦੇ ਵਿੱਚ ਨੌਕਰੀ ਕਰਦੇ, ਇਹਨਾਂ ਦੋਨਾਂ ਨੇ ਮਿਲ ਕੇ ਫੈਸਲਾ ਕਰ ਲਿਆ ਕਿ ਅਸੀਂ ਇਹਨਾਂ ਰੰਧਾਵਿਆਂ ਨੂੰ ਮਰਵਾ ਦੇਣਾ। ਕਹਿੰਦੇ ਇਹ ਆਏ ਹਮ ਅਬ ਹਮਰੇ ਦਾਏ, ਇਹ ਸਾਡੇ ਦਾਅ ਤੇ ਆ ਗਏ। ਪਹਿਲੋਂ ਤੁਰਕਣ ਤੇ ਭੂਮ ਲਿਖਾਏ, ਕਹਿੰਦੇ ਭਾਵੇਂ ਕਰੀਏ ਇਹਨਾਂ ਨੂੰ ਮਰਵਾਉਣ ਤੋਂ ਪਹਿਲਾਂ ਆਪਾਂ ਸਰਕਾਰ ਕੋਲ ਜ਼ਮੀਨ ਜਿਹੜੀ ਹੈ ਉਹ ਇਹਨਾਂ ਦੀ ਜਿਹੜੀ ਜ਼ਮੀਨ, ਕਿਉਂਕਿ ਜ਼ਮੀਨਾਂ ਦੇ ਮਾਲਕ ਸੀ, ਜ਼ਿਮੀਂਦਾਰ ਸੀ ਇਹ ਵਿਚਾਰੇ, ਵੀ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਆਪਣੇ ਹੱਕ 'ਚ ਲਿਖਵਾ ਲਈਏ। ਫਿਰ ਕਹਿੰਦੇ ਗਰਭ ਛੇਦ ਇਹਨਾਂ ਦਈਆਂ ਕਰਵਾਏ, ਫਿਰ ਕਹਿੰਦੇ ਇਹਨਾਂ ਦਾ ਬੀਜ ਨਾਸ਼ ਕਰ ਦਾਂਗੇ, ਇੱਥੋਂ ਤੱਕ ਕਿ ਜਿਹੜੀਆਂ ਇਹਨਾਂ ਦੀਆਂ ਗਰਭਵਤੀ ਇਸਤਰੀਆਂ ਨੇ ਉਹਨਾਂ ਦੇ ਵੀ ਗਰਭ ਅਸੀਂ ਚਾਕ ਕਰਵਾ ਦਿਆਂਗੇ ਤਾਂ ਕਿ ਇਹਨਾਂ ਦੀ ਨਸਲ ਜਿਹੜੀ ਹੈ ਉਹ ਬਾਕੀ ਨਾ ਰਹੇ, ਨਸਲ ਕੁਛ ਕਰਾ ਦੇਣ। ਇਮ ਹਮ ਪੈ ਤੁਰਕਨ, ਬਹੁਤ ਤੁਰਕਨ ਖੁਸ਼ ਹੋਏ, ਕਹਿੰਦੇ ਸਾਡੇ ਤੇ ਮੁਗਲ ਵੀ ਖੁਸ਼ ਹੋ ਜਾਣਗੇ, ਹਕੂਮਤ ਖੁਸ਼ ਹੋ ਜਾਊਗੀ। ਸਿਰ ਪਾਓ ਇਨਾਮ ਚਾਹੇ ਪਾਏ ਸੋ, ਤੇ ਸਾਨੂੰ ਇਨਾਮ ਵੀ ਦੇਊਗੀ, ਸੌਪੇ ਵੀ ਦੇਊਗੀ, ਤੇ ਇਹਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਉਹ ਸਾਨੂੰ ਮਿਲ ਜਾਣਗੀਆਂ। ਗੁਪਤ ਪਾਪ ਦੋਇਨ ਗਿਣ ਲਿਓ, ਕਹਿੰਦੇ ਇਹਨਾਂ ਨੇ ਇਹ ਗੁਪਤ ਪਾਪ ਕਰਨ ਦਾ ਮਨ ਜਿਹੜਾ ਸੀ ਦੋਵਾਂ ਨੇ ਬਣਾ ਲਿਆ। ਜਾਏ ਤੁਰਕਨ ਪੈ ਤੇ ਮਹੀ ਕਹਿਓ, ਇਹਨਾਂ ਨੇ ਜਾ ਕੇ ਹਕੂਮਤ ਨੂੰ ਕਹਿ ਦਿੱਤਾ। ਜੋ ਉਨ ਆਖੀ ਤੁਰਕਨ ਕੋ ਉਨ ਤਿਮ ਹੀ ਮਨ ਲੀਨ, ਗ੍ਰਾਮ ਇਨਾਮ ਉਹ ਗਰਭ ਛੇਦ ਚੌਧਰ ਲਿਖੀ ਜ਼ਮੀਨ। ਉਹਨੇ ਕਿਹਾ ਠੀਕ ਹੈ, ਤੁਸੀਂ ਇਹਨਾਂ ਦਾ ਗਰਭ ਛੇਦ ਕਰਵਾਓ। ਗਰਭ ਛੇਦ ਦਾ ਮਤਲਬ ਹੈ ਕਿ ਇਹਨਾਂ ਦਾ ਬੀਜ ਨਾਸ਼ ਕਰਵਾਓ, ਤੁਹਾਨੂੰ ਇਹਨਾਂ ਦੀ ਜ਼ਮੀਨ ਵੀ ਦਿੱਤੀ ਜਾਏਗੀ, ਇਸ ਤੋਂ ਇਲਾਵਾ ਤੁਹਾਨੂੰ ਚੌਧਰ ਵੀ ਦਿੱਤੀ ਜਾਏਗੀ, ਤੁਹਾਨੂੰ ਇਨਾਮ ਸ਼ਨਾਮ ਜਿਹੜੇ ਆ ਉਹ ਵਾਧੂ ਦਿੱਤੇ ਜਾਣਗੇ। ਤੁਰਕ ਚਾਹੇ ਤੋ ਹੁੱਤ ਇਹ ਯਹੀ ਕੰਮ ਬਾਤ, ਕਹਿੰਦੇ ਉਹ ਤਾਂ ਤੁਰਕ ਤਾਂ ਚਾਹੁੰਦੇ ਸੀ ਕਿ ਇਹ ਗੱਲ ਸਿੰਘਾਂ ਨੂੰ ਮਰਵਾਵੇ ਕੋਈ ਆਵੇ। ਜਿਮ ਕਿਮ ਹੋਏ ਸਿੰਘਨ ਕੋ ਘਾਤ, ਜਿਵੇਂ ਕਿਵੇਂ ਸਿੰਘਾਂ ਦਾ ਖਾਤਮਾ ਹੋਵੇ, ਸਿੱਖਾਂ ਦੀ ਮੌਤ ਹੋਵੇ। ਜਿਮ ਜਿਮ ਉਨਕੋ ਸਿੰਘ ਦਿਸ ਆਵਤ, ਜੋ ਚਾਹਤ ਤੁਰਕਨ ਤੇ ਮਨਾਵਤ, ਕਹਿੰਦੇ ਕੋਈ ਸਿੰਘ ਨਜ਼ਰ ਆਉਂਦਾ, ਉਹ ਵਕਤ ਐਸਾ ਸੀ ਕਿ ਜਿਹਦੇ ਹੱਥ ਲੱਗ ਜਾਂਦਾ ਉਹ ਤੁਰਕਾਂ ਨੂੰ ਪਕੜਾ ਕੇ ਤੇ ਆਪਣੀ ਮਨ ਪਾਉਂਦੀ ਜਿਹੜੀ ਹੈ ਤੁਰਕਾਂ ਤੋਂ, ਮੁਗਲਾਂ ਦੀ ਹਕੂਮਤ ਤੋਂ ਲਾਭ ਜਿਹੜੇ ਆ ਉਹ ਲੈਂਦਾ। ਉਧਰੋਂ ਕਹਿੰਦੇ ਸਿੰਘਨ ਖਬਰ ਯਹ ਨਹ ਭਈ, ਉਹ ਗੁਆਂਢੀ ਸਿਲ ਕਰਵਾਏ, ਕਹਿੰਦੇ ਸਿੰਘਾਂ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਗੁਆਂਢ ਦੇ ਵਿੱਚ ਰਹਿਣ ਵਾਲੇ ਜਿਹੜੇ ਸਖੀ ਸਰਵਰ ਦੇ ਉਪਾਸ਼ਕ ਨੇ ਇਹ ਸਾਡੀ ਜਿਹੜੀ ਹੈ ਮੁਖਬਰੀ ਕਰ ਰਹੇ ਨੇ ਜਾਂ ਮੁਖਬਰੀ ਕਰ ਆਏ ਨੇ। ਉਸੀ ਗਿਰਦ ਛਿਪ ਦਿਨ ਰਹੇ ਰਾਤੀ ਆਵੇਂ ਗਰਾਏ, ਉਹ ਕਹਿੰਦੇ ਉਵੇਂ ਹੀ ਰਾਤ ਨੂੰ ਪਿੰਡ ਆ ਜਾਂਦੇ, ਘਰੇ ਆ ਜਾਂਦੇ, ਦਿਨੇ ਜਿਹੜੇ ਵਿਚਾਰੇ ਲੁਕ ਛਿਪ ਜਾਂਦੇ। ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀ ਕਿ ਨਾਲ ਦੇ ਇਹਨਾਂ ਪਿੰਡਾਂ ਦੇ ਜਿਹੜੇ ਸਖੀ ਸਰਵੜਿਆਂ ਨੇ ਜਾ ਕੇ ਹਕੂਮਤ ਦੇ ਕੋਲ ਜਿਹੜਾ ਹੈ ਚੁਗਲੀ ਕਰ ਦਿੱਤੀ। ਜਿਸ ਨਿਸ ਦਿਵਸ ਸਿੰਘਨ ਕੋ ਹੋਏ, ਸਿੰਘ ਹੋਏ 71 ਨਿਸ ਤੈਂ ਸੋਏ, ਤੈਂ ਦੁਸ਼ਟਨ ਸਿਲ ਸਿੰਘਨ ਕਰਾਈ, ਕਹਿੰਦੇ ਇਹਨਾਂ ਦੁਸ਼ਟਾਂ ਨੇ ਕਹਿੰਦੇ ਸਿੰਘਾਂ ਦੀ ਜਿਹੜੀ ਖਬਰ ਜਿਹੜੀ ਹੈ ਉਹ ਕਰਵਾਉਣੀ ਸ਼ੁਰੂ ਕਰ ਦਿੱਤੀ। ਇੱਕ ਸੁਲਤਾਨੀ ਪਿੰਡ ਹੀ ਮਾਹੇ, ਇਹ ਇਹਨਾਂ ਪਿੰਡਾਂ ਦੇ ਵਿੱਚ ਵੀ ਜਿਹੜੇ ਇਹ ਸਿੰਘ ਬਣੇ ਸੀਗੇ, ਇਹਨਾਂ ਪਿੰਡਾਂ ਦੇ ਵਿੱਚ ਵੀ ਇੱਕ ਸੁਲਤਾਨੀ ਰਹਿੰਦਾ ਸੀ। ਸੁਲਤਾਨੀ ਦਾ ਮਤਲਬ ਹੈ ਸੁਲਤਾਨ ਦੀ ਜਿਹੜੀ ਆ ਪੂਜਾ ਕਰਨ ਵਾਲਾ। ਤਾਂ ਉਹਦੀ ਡਿਊਟੀ ਲਾਤੀ ਵੀ ਤੂੰ ਨਿਗਾਹ ਰੱਖਣੀ ਹੈ, ਜਦੋਂ ਰਾਤ ਨੂੰ ਇਹ ਸਿੱਖ ਆਪਣੇ ਆਪਣੇ ਘਰਾਂ ਚ ਆਉਣਗੇ ਤੇ ਉਸੇ ਵਕਤ ਤੂੰ ਸਾਨੂੰ ਖਬਰ ਦੇਣੀ ਹੈ। ਸੋ ਸੇਲੂ ਉਹਨ ਰੱਖਿਓ ਬਣਾਏ, ਇਹਨਾਂ ਨੇ ਸੇਲੂ ਰੱਖ ਲਿਆ, ਮੁਖਬਰ ਉੱਥੇ ਬਿਠਾ ਦਿੱਤਾ ਆਪਣਾ ਬੰਦਾ। ਸਭ ਖਬਰ ਦੇ ਜੱਟਨ ਪਹੁੰਚਾਏ, ਦੇ ਜੱਟ ਆਗੇ ਤੁਰਕਣ ਘਲਾਏ, ਇਮ ਸਿੰਘਾਂ ਲਈ ਮੌਤ ਤਕਾਏ, ਕਹਿੰਦੇ ਸਿੰਘਾਂ ਇਹਨਾਂ ਸੇਲੂ ਨੇ ਖਬਰ ਜਿਹੜੀ ਹੈ ਉਹ ਇਹਨਾਂ ਨੂੰ ਦੇਣੀ ਸੀ, ਸਖੀ ਸਰੇਵੜੇ ਦੇ ਉਪਾਸ਼ਕਾਂ ਨੂੰ ਤੇ ਕਲਾਲਾਂ ਨੂੰ। ਇਹ ਵੀ ਜ਼ਿਮੀਂਦਾਰੇ ਕਰਦੇ ਸੀ ਬੇਸਿਕਲੀ ਖੇਤੀਬਾੜੀ, ਤੇ ਇਹਨਾਂ ਨੇ ਕਹਿੰਦੇ ਅੱਗੋਂ ਹਕੂਮਤ ਨੂੰ ਭੇਜਣੀ ਸੀ। ਕਹਿਨੋ ਕੋ ਵੈ ਹੁਤ ਹਿੰਦੂ, ਦੇਖੋ ਕਿੱਡੀ ਕਮਾਲ ਦੀ ਗੱਲ ਕਰਦੇ ਨੇ,
ਕਹਿੰਦੇ ਕਹਿਣ ਨੂੰ ਤਾਂ ਇਹ ਹਿੰਦੂ ਕਹਾਉਂਦੇ ਸੀ ਆਪਣੇ ਆਪ ਨੂੰ, ਲੇਕਿਨ ਹਿੰਦੂਆਂ ਵਾਲਾ ਇਹਨਾਂ ਦਾ ਕੋਈ ਕਰਮ ਨਹੀਂ ਸੀ। ਨਾ ਦੇਵੀਆਂ ਦੀ ਉਪਾਸਨਾ, ਨਾ ਦੇਵਤਿਆਂ ਦੀ ਉਪਾਸਨਾ, ਨਾ ਮੰਦਰ ਜਾਣਾ, ਨਾ ਕੋਈ ਹਿੰਦੂ ਮਰਿਆਦਾ ਮੁਤਾਬਕ ਕਰਮ ਕਰਨੇ। ਇਹਨਾਂ ਨੇ ਪੀਰਖਾਨੇ ਆਪਣੇ ਘਰਾਂ 'ਚ ਬਣਾਏ ਸੀ, ਪੀਰਖਾਨਿਆਂ ਦੀ ਪੂਜਾ ਕਰਦੇ ਸੀ, ਪੁੱਛਾਂ ਦਕਸ਼ਨਾ ਦਿੰਦੇ ਸੀਗੇ। ਨਾ ਵੀ ਜਿਹੜੇ ਆ ਉਹ ਅੱਧੇ ਪਚੱਧੇ ਜਿਹੜੇ ਆ ਉਹ ਮੁਗਲਾਂ ਵਾਲੇ ਰੱਖੇ ਸੀ, ਤੁਰਕਾਂ ਵਾਲੇ ਰੱਖੇ ਹੋਏ ਸੀ। ਕਹਿੰਦੇ ਕਹਿਨੇ ਕੋ ਵੋ ਹਿਤ ਹੁਤ ਹਿੰਦੂ ਕੰਮ ਸੋ ਤੁਰਕਨ ਕਰਾਹੇ। ਦੇਖੋ ਕਿੰਨੀ ਕਮਾਲ ਦੀ ਗੱਲ। ਕਹਿੰਦੇ ਕੰਮ ਜਿਹੜੇ ਆ ਇਹ ਜੋ ਹਕੂਮਤ ਕਰਦੀ ਹੈ ਉਹਨਾਂ ਵਾਲੇ ਕਰਦੇ ਨੇ, ਜ਼ਬਰ ਜ਼ੁਬਲ ਕੰਮ ਕਰਦੇ ਨੇ। ਹਿੰਦੂਆਂ ਨੇ ਹਿੰਦੂ ਫੜ ਦੇਵੇਂ ਮਰਵਾਵੇਂ ਸੀਸ ਕਟਾਏ। ਕਹਿੰਦੇ ਹਿੰਦੂ ਹੀ ਹਿੰਦੂਆਂ ਨੂੰ ਜਿਹੜਾ ਉਹ ਪਕੜਵਾ ਕੇ ਤੇ ਉਹਨਾਂ ਦੇ ਸਿਰ ਕਟਵਾ ਕੇ ਤੇ ਇਨਾਮ ਜਿਹੜੇ ਆ ਉਹ ਪ੍ਰਾਪਤ ਕਰਦੇ। ਇਹ ਕਵੀ ਮਾਫ ਕਰਨਾ ਰਤਨ ਸਿੰਘ ਭੰਗੂ ਜਿਹੜੇ ਨੇ ਉਹ ਆਪਣੇ ਇਸ ਗ੍ਰੰਥ ਦੇ ਵਿੱਚ ਲਿਖਦੇ। ਸਿੰਘਨ ਮੌਤ ਹੁਤ ਨੇੜੇ ਆਈ। ਸਿੰਘਾਂ ਦਾ ਕਹਿੰਦੇ ਮੌਤ ਨੇੜੇ ਆ ਗਈ। ਸਿੰਘ ਬੜੈ ਕਿਤ ਨਿਸ ਘਰ ਧਾਈ। ਦੁਸ਼ਟ ਸੇਲੂ ਦਈ ਸਿਲ ਪਹੁੰਚਾਏ। ਆਏ ਤੁਰਕਨ ਲਇਓ ਘੇਰੋ ਪਾਏ। ਮੁਗਲਾਂ ਨੇ ਘੇਰਾ ਪਾ ਲਿਆ ਕਿ ਚਾਰ ਤਰਫ ਤਿੰਨ ਫੌਜ ਖੜਵਾਈ। ਤਾਓ ਲਓ ਝਬ ਦੁਸ਼ਟ ਜੱਟ ਪੇ ਆਈ। ਘੇਰਾ ਕੀਨੋ ਬਹੁਤ ਕੜਾਏ। ਆਵਣ ਜਾਣ ਨਾ ਕੁਤੋਂ ਪਾਏ। ਇੱਕ ਰਾਤ ਨੂੰ ਫਿਰ ਜਦੋਂ ਸਿੰਘ ਆਪਣੇ ਪਰਿਵਾਰਾਂ ਦੇ ਵਿੱਚ ਆਏ ਤਾਂ ਇਹਨਾਂ ਦੇ ਘਰਾਂ ਨੂੰ ਮੁਗਲਾਂ ਦੀ ਫੌਜ ਨੇ ਜਿਹੜਾ ਸੀ ਇਹਨਾਂ ਦੀ ਮੁਖਬਰੀ ਕਰਨ ਦੇ ਉੱਤੇ ਘੇਰਾ ਪਾ ਲਿਆ। ਇੰਨਾ ਤਕੜਾ ਘੇਰਾ ਪੈ ਗਿਆ ਕਿ ਬਾਹਰ ਜਾਣ ਦਾ ਕੋਈ ਰਸਤਾ ਜਿਹੜਾ ਹੈ ਇਹਨਾਂ ਨੇ ਛੱਡਿਆ ਨਾ। ਜਿਮ ਦੁਸ਼ਟ ਸੁਲਤਾਨੀ ਜੱਟ ਕਹੈ ਤਿਮਹੀ ਤੁਰਕ ਕਮਾਹੇ। ਰਲ ਮਿਲ ਦੋਵਨ ਸਿੰਘ ਕੱਟੇ ਲੱਭਿਓ ਸੋ ਛੋੜਿਓ ਨਾ ਹੈ। ਕਹਿੰਦੇ ਦੇਖੋ ਇਹਨਾਂ ਨੇ ਰਲ ਮਿਲ ਕੇ ਹਕੂਮਤ ਨਾਲ ਮਿਲ ਕੇ ਸਿੰਘਾਂ ਦਾ ਕਤਲੇਆਮ ਕਰਵਾਇਆ। ਇੱਕ ਵੀ ਜਿਹੜਾ ਸੀ ਇਹਨਾਂ ਨੇ ਸਿੰਘ ਜਿਹੜਾ ਹੈ ਨਹੀਂ ਛੱਡਿਆ। ਕੋਸ਼ਿਸ਼ ਇਹ ਕੀਤੀ ਇਹਨਾਂ ਨੇ ਕਿ ਇੱਕ ਵੀ ਸਿੰਘ ਇੱਥੇ ਬਾਕੀ ਨਾ ਬਚੇ। ਕੀ ਹੋਇਆ ਉਹ ਆਪਾਂ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਆਪਾਂ ਸੁਣਿਆ ਕਿ ਜਿਹੜੇ ਰੰਧਾਵੇ ਗੋਤ ਦੇ ਜ਼ਿਮੀਂਦਾਰ ਜਿਹੜੇ ਸਿੰਘ ਬਣੇ ਸੀ ਉਹਨਾਂ ਨੂੰ ਮੁਖਬਰਾਂ ਨੇ ਮੁਖਬਰੀ ਕਰਕੇ ਲਾਹੌਰੋਂ ਫੌਜ ਮੰਗਵਾ ਕੇ ਰਾਤ ਨੂੰ ਜਦੋਂ ਇਹ ਘਰਾਂ ਦੇ ਵਿੱਚ ਆਏ ਆਪਣੇ ਤਾਂ ਇਹਨਾਂ ਨੂੰ ਘੇਰਾ ਜਿਹੜਾ ਸੀ ਉਹ ਪਵਾ ਦਿੱਤਾ। 14 ਲੱਭੇ ਉਨ ਵੱਢਣ ਕੇ ਸੋ ਪੁਰਖ ਦੀਨੇ ਕਾਟ। ਕਹਿੰਦੇ ਚਾਰਾਂ ਪਾਸਿਆਂ ਤੋਂ ਘੇਰ ਕੇ ਇਹਨਾਂ ਨੇ ਸਾਰੇ ਜਿਹੜੇ ਸਿੰਘ ਸੀ ਉਹ ਕਤਲ ਕਰ ਦਿੱਤੇ। ਉਨ ਸਿੰਘਨ ਕੀ ਕੁੱਲ ਸਮਝ ਔਰ ਦੀਏ ਕੱਟ ਕਾਟ। ਕਹਿੰਦੇ ਕਈ ਤਾਂ ਕਹਿੰਦੇ ਨਿਹੱਕੇ ਜਿਹੜੇ ਸੀ, ਜਿਹੜੇ ਕੋਈ ਮਾੜੇ ਮੋਟੇ ਇਹਨਾਂ ਨਾਲ ਕੋਈ ਸਾਂਝ ਰੱਖਣ ਵਾਲੇ, ਕੋਈ ਘਰੇ ਇਹਨਾਂ ਨੂੰ ਮਿਲਣ ਗਿਲਣ ਵਾਲੇ ਆਏ, ਭਾਵੇਂ ਉਹ ਸਿੱਖ ਨਹੀਂ ਸੀ ਲੇਕਿਨ ਇਹਨਾਂ ਨੂੰ ਮਿਲਣ ਆਏ, ਪਤਾ ਸੀ ਵੀ ਰਾਤ ਨੂੰ ਸਿੰਘ ਘਰੇ ਆਉਂਦੇ ਆ, ਚੱਲ ਆਪਾਂ ਪਤਾ ਸਤਾ ਲੈ ਕੇ ਆਵਾਂਗੇ, ਉਹ ਵੀ ਕਹਿੰਦੇ ਜਿਹੜੇ ਸੀ ਇਹਨਾਂ ਨੇ ਕੱਟ ਦਿੱਤੇ ਸਿੱਖ ਸਮਝ ਕੇ। ਇਸਤਰੀਆਂ ਵੀ ਨਹੀਂ ਛੱਡੀਆਂ, ਬੱਚੇ ਵੀ ਨਹੀਂ ਛੱਡੇ, ਛੋਟੇ ਛੋਟੇ ਇਸਤਰੀਆਂ ਦੇ ਗਰਭਪਾਤ ਜਿਹੜੇ ਸੀ ਇਹਨਾਂ ਨੇ ਕੀਤੇ। ਬਹੁਤ ਬੁਰਾ ਇਹਨਾਂ ਨੇ ਜਿਹੜਾ ਸੀ ਮਾੜਾ ਕਾਲਾ ਤੇ ਭੈੜਾ ਜਿਹੜਾ ਵਿਵਹਾਰ ਜਿਹੜਾ ਸੀ ਉਹ ਸਿੰਘਾਂ ਦੇ ਨਾਲ ਕੀਤਾ। ਜੋ ਕਹੂ ਉਨਕੀ ਦ੍ਰਿਸ਼ਟ ਹੈ ਆਇਆ ਸੋ ਤੋ ਤੇਗਨ ਮੱਧ ਕਟਾਇਆ। ਜਿਹੜਾ ਵੀ ਇਹਨਾਂ ਦੀ ਨਜ਼ਰੀ ਪਿਆ ਤਲਵਾਰ ਦੇ ਨਾਲ ਕੱਟ ਦਿੱਤਾ, ਚਾਹੇ ਉਹ ਬੱਚਾ ਸੀ, ਬਜ਼ੁਰਗ ਸੀ, ਨੌਜਵਾਨ ਸੀ, ਕੋਈ ਸੀ, ਲੇਕਿਨ ਸਿੱਖ ਸੀ ਉਹ ਇਹਨਾਂ ਨੇ ਕਤਲ ਕਰ ਦਿੱਤਾ। ਅਕੈ ਕਿਤੈ ਉਨ ਹੋਊਗ ਗਇਓ ਇਮ ਟੰਡ ਮੂਲ ਉਨ ਹੋਊਗ ਰਹਿਓ। ਕਹਿੰਦੇ ਕੋਈ ਟੰਡ ਮੂਲ ਜਿਹੜਾ ਕਿਤੇ ਪਾਸੇ ਆਸੇ ਗਿਆ ਸੀ ਉਹ ਭਾਵੇਂ ਰਹਿ ਗਿਆ ਹੋਵੇ, ਨਹੀਂ ਤਾਂ ਕਹਿੰਦੇ ਸਾਰੇ ਦੇ ਸਾਰੇ ਉਸ ਜਗ੍ਹਾ ਦੇ ਉੱਤੇ ਜਿੰਨੇ ਸਿੰਘ ਇਹਨਾਂ ਦੇ ਘੇਰੇ ਦੇ ਵਿੱਚ ਆਏ ਇਹਨਾਂ ਨੇ ਕੱਟ ਦਿੱਤੇ। ਸਹਿਓ ਇਮੈਂ ਦੁੱਖ ਸਿੰਘਨ ਮਝੈਲਣ। ਸਿੰਘਾਂ ਨੇ ਮਾਝੇ ਦੇ ਵਿੱਚ, ਇਹ ਪਿੰਡ ਸੀ ਮਾਝੇ ਦੇ ਸਿੰਘ ਸੀ, ਇਹਨਾਂ ਨੇ ਦੁੱਖ ਸਹਿਆ। ਮੁੜ ਜਾਣਾ ਰਾਜ ਪੰਥ ਪਾਇਓ ਹੋਵੇ ਗਸੈਲਣ। ਮੁੜ ਕੇ ਕਹਿੰਦੇ ਫਿਰ ਇਹੀ ਘਟਨਾਵਾਂ ਜਿਹੜੀਆਂ ਸੀ ਇਹਨਾਂ ਨੇ ਸਿੰਘਾਂ ਦੇ ਅੰਦਰ ਜੋਸ਼ ਭਰਿਆ, ਜਿਹਦੀ ਬਦੌਲਤ ਰਾਜ ਭਾਗ ਜਿਹੜਾ ਸੀ ਉਹ ਮਿਲਿਆ। ਉਨ ਸਿਰ ਤੇ ਪਰੈ ਪਾਤਸ਼ਾਹੀ ਤਕਾਈ ਤਾਂ ਹਰਨੈ ਉਨ ਲੱਭੀ ਪਾਤਸ਼ਾਹੀ। ਕਹਿੰਦੇ ਇਹਨਾਂ ਨੂੰ ਪਾਤਸ਼ਾਹੀ ਦਿਸਦੀ ਸੀ। ਜੇ ਕੋਈ ਪੁੱਛੇ ਹੁਣ ਸਿੰਘਨ ਕੁਛ ਰਹਿਓ ਹੋ ਤੋ ਟੰਡ ਮੂਲ। ਜਿਹੜਾ ਕੋਈ ਇਸ ਘਟਨਾਕ੍ਰਮ ਤੋਂ ਬਾਅਦ ਇਹਨਾਂ ਦਾ ਕੋਈ ਜਿਹੜਾ ਜਾਨਸ਼ੀਨ ਕੋਈ ਇਹਨਾਂ ਦੇ ਵਿੱਚੋਂ ਸਿੰਘ ਕੋਈ ਬਚ ਰਿਹਾ, ਉਹਨੂੰ ਪੁੱਛਦੇ ਵੀ ਕੋਈ ਲੱਭੀ ਜ਼ਮੀਨ। ਰਾਜ ਲੱਭਿਓ ਕੈ ਭੂਮ ਲੱਭੇਗੀ ਸੋ ਬਤਾਵੇ ਸੂਲ, ਸਾਨੂੰ ਦੱਸੋ। ਕਹਿੰਦੇ ਵੀ ਕੋਈ ਨਹੀਂ, ਅਸੀਂ ਇੱਕ ਦਿਨ ਆਏਗਾ ਜਦੋਂ ਇਸ ਜ਼ਮੀਨ ਦੇ ਇਸ ਧਰਤ ਦੇ ਮਾਲਕ ਬਣਾਂਗੇ। ਇਹਨਾਂ ਨੂੰ ਜਿਹੜੇ ਕੋਈ ਬਚੇ ਸਿੰਘ ਸੀ ਇਸ ਘਟਨਾਕ੍ਰਮ ਤੋਂ ਬਾਅਦ ਉਹਨਾਂ ਨੂੰ ਟੌਂਚਾਂ ਕਰਦੇ ਲੋਕ ਕਿ ਕੀ ਖੱਟਿਆ ਤੁਸੀਂ, ਤੁਹਾਡੀ ਜ਼ਮੀਨ ਗਈ, ਤੁਹਾਡੀ ਜਾਇਦਾਦ ਗਈ, ਘਰ ਬਾਹਰ ਗਿਆ, ਬੱਚੇ ਗਏ, ਤੁਹਾਡੇ ਬੱਚੇ ਤੱਕ ਜਿਹੜੇ ਸੀ ਹਕੂਮਤ ਨੇ ਨਹੀਂ ਛੱਡੀ, ਕੀ ਮਿਲਿਆ। ਕਹਿੰਦੇ ਕੋਈ ਗੱਲ ਨਹੀਂ, ਇਹ ਗੁਰੂ ਦੇ ਭਾਣੇ 'ਚ ਹੈ, ਗੁਰੂ ਦੀ ਰਜ਼ਾ ਦੇ ਵਿੱਚ ਹੈ। ਏਡਾ ਮਾੜਾ ਬੁਰਾ ਦੌਰ ਸਿੰਘਾਂ ਨੇ ਦੇਖਿਆ, ਲੇਕਿਨ ਸਿੰਘਾਂ ਨੇ ਉਸ ਦੌਰ ਦੇ ਵਿੱਚ ਹੌਸਲਾ ਹਿੰਮਤ ਜਿਹੜੀ ਹੈ ਉਹ ਬਿਲਕੁਲ ਨਹੀਂ ਹਾਰੀ ਕਿ ਠੀਕ ਹੈ ਅੱਜ ਇਹਨਾਂ ਦਾ ਵਕਤ ਹੈ, ਕੱਲ ਨੂੰ ਸਾਡਾ ਵਕਤ ਜਿਹੜਾ ਹੈ ਉਹ ਜ਼ਰੂਰ ਆਏਗਾ। ਔਰ ਇੰਨਾ ਭਰੋਸਾ ਗੁਰੂ ਦੇ ਉੱਤੇ, ਇੰਨਾ ਵਿਸ਼ਵਾਸ ਗੁਰੂ ਦੇ ਉੱਤੇ ਸਿੰਘਾਂ ਨੂੰ ਸੀ। ਕਹਿੰਦੇ ਫਿਰ ਦੇਖੋ ਗੁਰੂ ਦੀ ਕਲਾ,
एक बचियो एक साहिब सिंह नाम, कहते एक साहब सिंह इन्हां दे विचों सी जिहड़ा बचिया। बाकी सब जिहड़े सी सिंह जिहड़े सी रंधावियां दे विचों सारे सिंह जिहड़े सी वो कतल कर दिते, बच्चे बजुर्ग इस्त्रियां गर्भ दे विच बच्चे तक इन्हां ने कतल कर दिते। लेकिन इन्हां दे विचों इन्हां परिवारां दे विचों एक सिख जिहदा नाम साहिब सिंह सी वो बच गया। बचिया क्यों कि तो गयो हो तो उथों और ग्राम, वो किसी होर पिंड गया होया सी। श्री ਅੰਮ੍ਰਿਤਸਰ की लभी उनकार, वो फिर जो पता लग्या कि साडे खानदान पूरा दा पूरा जिहड़ा साडे परिवार मार दिते ने, बच्चे मार दिते ने, कहंदे वो ਅੰਮ੍ਰਿਤਸਰ दरबार साहब आ गया। भाए अरदासीए सच्चे दरबार, वो धन गुरु रामदास महाराज सच्चे पातशाह के दरबार के अरदासीआ जिहड़ा सी वो अरदासीए की सेवा करन लग गया। उन इजय विजय की पदवी पाई, शाह पातशाह उन चरण छुहाई। एक ऐसा वक्त आया, ऐसा समा आया कि उस भाई साहब सिंह ने इजय विजय की पदवी ਨੂੰ प्राप्त किया। ਵੱਡੇ ਵੱਡੇ ਜਿਹੜੇ ਸੀ ਉਹਦੇ ਪੈਰੀਂ ਹੱਥ ਲਾਉਂਦੇ ਸੀ, ਚਰਨੀ ਨਮਸਕਾਰ ਕਰਦੇ ਸੀ। ਇਸ ਤਰ੍ਹਾਂ ਦਾ ਉਸਨੇ ਆਪਣਾ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦਾ ਅਰਦਾਸੀਆਂ ਹੁੰਦਿਆਂ ਜੀਵਨ ਬਣਾ ਲਿਆ। ਉਨ ਪੈ ਕਿਰਪਾ ਇਮ ਸਿਰ ਗੁਰ ਭਈ, ਫਿਰ ਕਹਿੰਦੇ ਗੁਰੂ ਦੀ ਐਸੀ ਕਿਰਪਾ ਹੋਈ, ਕਹਿੰਦੇ ਉਨ ਰਾਜ ਭੂਮੋ ਅਦਕਾਈ ਲਈ, ਕਹਿੰਦੇ ਇਹਨੇ ਬਹੁਤ ਵੱਡੀ ਜ਼ਮੀਨ ਜਾਇਦਾਦ ਰੁਤਬਾ ਜਿਹੜਾ ਸੀ ਉਹ ਹਾਸਲ ਕੀਤਾ। उन पुत पोतरे बहु भाए, फिर इन्हों दे इहदे कहंदे पुत्र पोतरे जिहड़े सी बड़े होए अगों। भूम पी ली भूम पी अपन छुड़वाए, इन्हां ने आपदी जमीन भी जिहड़ी सी फिर छुड़ाई, जिहड़ी इन्हां दे सारे खानदानां दी जिहड़ी जमीन सी ना, जिन्हां ते कब्जा कर लिया सीगा उन्हां लोकां ने, जिन्हां ने सूह दित्ती सी मुगल हुकूमत तो जमीन अपने नां करा लई सी। इन्हां दे फिर पुत्रा पोतरियां ने वो जमीन जिहड़ी सी सिख राज दे वेले, मिसलां दे राज दे वेले जिहड़े आ वो इन्हां तो छुड़वाई, फिर छित्तर मार मार के जमीन सारी वापस लई। बदले लए दुश्मनों ते खालसे के बल पाए, फिर खालसे दे जोर दे नाल जदों अपना राज आया उदों फिर इन्हां ने इस कतलेआम दा जिहड़ा सी वो बदला लिया। उन्हां दुष्टां नूं सारिआं नूं सोधिआ, अपणीਆਂ ਜ਼ਮੀਨਾਂ जायदादां ਘਰ-ਬਾਰ ਸਾਰੇ ਜਿਹੜੇ ਸੀ उन्हां दुष्टां दे कब्जे चों ਜਿਹੜੇ ਸੀ ਉਹ छुड़वाए। इस एक साहब सिंह दे फिर अगों ਜਿਹੜੇ पुत्र पोतरे होए। बाणी दे विच एक वचन भी है कि दावा अगन बहुत तृण जाले, कोई हरिया बूट रहे होरी। ਤਾਂ ਇਹ ਇੱਕ ਬੂਟ ਜਿਹੜਾ ਸੀ ਇਹਨਾਂ ਪਰਿਵਾਰਾਂ ਦੇ ਵਿੱਚੋਂ ਰਹਿ ਗਿਆ ਸੀ, ਜਿਹੜਾ ਹਰਾ ਹੋਇਆ ਤੇ ਹਰੇ ਇਸ ਬੂਟ ਤੋਂ ਮੁੜ ਜਿਹੜਾ ਸੀ ਫਿਰ ਜੰਗਲ ਜਿਹੜਾ ਸੀ ਉਹ ਹਰਾ ਭਰਾ ਜਿਹੜਾ ਸੀ ਉਹ ਸਥਾਪਿਤ ਹੋ ਗਿਆ। ਇਹ ਗੁਰੂ ਖਾਲਸੇ ਦਾ ਇਤਿਹਾਸ ਹੈ, ਗੁਰੂ ਖਾਲਸੇ ਦੀ ਤਵਾਰੀਖ ਹੈ। ਕੀ ਹੋਇਆ ਆਪਾਂ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਆਪਾਂ ਸੁਣਿਆ ਕਿ ਜਿਹੜੇ ਰੰਧਾਵੇ ਗੋਤ ਦੇ ਜ਼ਿਮੀਂਦਾਰ ਜਿਹੜੇ ਸਿੰਘ ਬਣੇ ਸੀ ਉਹਨਾਂ ਨੂੰ ਮੁਖਬਰਾਂ ਨੇ ਮੁਖਬਰੀ ਕਰਕੇ ਲਾਹੌਰੋਂ ਫੌਜ ਮੰਗਵਾ ਕੇ ਰਾਤ ਨੂੰ ਜਦੋਂ ਇਹ ਘਰਾਂ ਦੇ ਵਿੱਚ ਆਏ ਆਪਣੇ, ਤਾਂ ਇਹਨਾਂ ਨੂੰ ਘੇਰਾ ਜਿਹੜਾ ਸੀ ਉਹ ਪਵਾ ਦਿੱਤਾ। 14 ਲੱਭੇ ਉਨ ਵੱਢਣ ਕੇ, 100 ਪੁਰਖ ਦੀਨੇ ਕਾਟ, ਕਹਿੰਦੇ ਚਾਰਾਂ ਪਾਸਿਆਂ ਤੋਂ ਘੇਰ ਕੇ ਇਹਨਾਂ ਨੇ ਸਾਰੇ ਜਿਹੜੇ ਸਿੰਘ ਸੀ ਉਹ ਕਤਲ ਕਰ ਦਿੱਤੇ। ਉਨ ਸਿੰਘਨ ਕੀ ਕੁੱਲ ਸਮਝ ਔਰ ਦੀਏ ਕੱਟ ਕਾਟ, ਕਹਿੰਦੇ ਕਈ ਤਾਂ ਕਹਿੰਦੇ ਨਿਹੱਕੇ ਜਿਹੜੇ ਸੀ, ਜਿਹੜੇ ਕੋਈ ਮਾੜੇ ਮੋਟੇ ਇਹਨਾਂ ਨਾਲ ਕੋਈ ਸਾਂਝ ਰੱਖਣ ਵਾਲੇ, ਕੋਈ ਘਰੇ ਇਹਨਾਂ ਨੂੰ ਮਿਲਣਗੇ ਨਾਲੇ ਆਏ, ਭਾਵੇਂ ਉਹ ਸਿੱਖ ਨਹੀਂ ਸੀ ਲੇਕਿਨ ਇਹਨਾਂ ਨੂੰ ਮਿਲਣ ਆਏ, ਪਤਾ ਸੀ ਵੀ ਰਾਤ ਨੂੰ ਸਿੰਘ ਘਰੇ ਆਉਂਦੇ ਆ, ਚੱਲ ਆਪਾਂ ਪਤਾ ਸਤਾ ਲੈ ਕੇ ਆਵਾਂਗੇ, ਉਹ ਵੀ ਕਹਿੰਦੇ ਜਿਹੜੇ ਸੀ ਇਹਨਾਂ ਨੇ ਕੱਟ ਦਿੱਤੇ ਸਿੱਖ ਸਮਝ ਕੇ। ਇਸਤਰੀਆਂ ਵੀ ਨਹੀਂ ਛੱਡੀਆਂ, ਬੱਚੇ ਵੀ ਨਹੀਂ ਛੱਡੇ, ਛੋਟੇ ਛੋਟੇ ਇਸਤਰੀਆਂ ਦੇ ਗਰਭਪਾਤ ਜਿਹੜੇ ਸੀ ਇਹਨਾਂ ਨੇ ਕੀਤੇ। ਬਹੁਤ ਬੁਰਾ ਇਹਨਾਂ ਨੇ ਜਿਹੜਾ ਸੀ ਮਾੜਾ ਕਾਲਾ ਤੇ ਭੈੜਾ ਜਿਹੜਾ ਵਿਵਹਾਰ ਜਿਹੜਾ ਸੀ ਉਹ ਸਿੰਘਾਂ ਦੇ ਨਾਲ ਕੀਤਾ। जो कहो उनकी दृष्ट है आया, सो तो तेगन मद कटाया, ਜਿਹੜਾ ਵੀ ਇਹਨਾਂ ਦੀ ਨਜ਼ਰੀ ਪਿਆ ਤਲਵਾਰ ਦੇ ਨਾਲ ਕੱਟ ਦਿੱਤਾ। ਚਾਹੇ ਉਹ ਬੱਚਾ ਸੀ, ਬਜ਼ੁਰਗ ਸੀ, ਨੌਜਵਾਨ ਸੀ, ਕੋਈ ਸੀ, ਲੇਕਿਨ ਸਿੱਖ ਸੀ ਉਹ ਇਹਨਾਂ ਨੇ ਕਤਲ ਕਰ ਦਿੱਤਾ। ਅਕੈ ਕਿਤੈ ਉਨ ਹੋਊਗ ਗਇਓ, ਇਮ ਟੰਡ ਮੂਲ ਉਨ ਹੋਊਗ ਰਹਿਓ, ਕਹਿੰਦੇ ਕੋਈ ਟੰਡ ਮੂਲ ਜਿਹੜਾ ਕਿਤੇ ਪਾਸੇ ਆਸੇ ਗਿਆ ਸੀ ਉਹ ਭਾਵੇਂ ਰਹਿ ਗਿਆ ਹੋਵੇ, ਨਹੀਂ ਤਾਂ ਕਹਿੰਦੇ ਸਾਰੇ ਦੇ ਸਾਰੇ ਉਸ ਜਗ੍ਹਾ ਦੇ ਉੱਤੇ ਜਿੰਨੇ ਸਿੰਘ ਇਹਨਾਂ ਦੇ ਘੇਰੇ ਦੇ ਵਿੱਚ ਆਏ ਇਹਨਾਂ ਨੇ ਕੱਟ ਦਿੱਤੇ। ਸਹਿਓ ਇਮੈਂ ਦੁੱਖ ਸਿੰਘਨ ਮਝੈਲਣ, ਸਿੰਘਾਂ ਨੇ ਮਾਝੇ ਦੇ ਵਿੱਚ ਇਹ ਪਿੰਡ ਸੀ, ਮਾਝੇ ਦੇ ਸਿੰਘ ਸੀ, ਇਹਨਾਂ ਨੇ ਦੁੱਖ ਸਹਿਆ। ਮੁੜ ਜਾਣਾ ਰਾਜ ਪੰਥ ਪਾਇਓ ਹੋਵੇ ਗਸੈਲਣ, ਮੁੜ ਕੇ ਕਹਿੰਦੇ ਫਿਰ ਇਹੀ ਘਟਨਾਵਾਂ ਜਿਹੜੀਆਂ ਸੀ ਇਹਨਾਂ ਨੇ ਸਿੰਘਾਂ ਦੇ ਅੰਦਰ ਜੋਸ਼ ਭਰਿਆ, ਜਿਹਦੀ ਬਦੌਲਤ ਰਾਜ ਭਾਗ ਜਿਹੜਾ ਸੀ ਉਹ ਮਿਲਿਆ। ਉਨ ਸਿਰ ਤੇ ਪਰੈ ਪਾਤਸ਼ਾਹੀ ਤਕਾਈ, ਤਾਂ ਹਰਨੈ ਹੁਨਨ ਉਨ ਲੱਭੀ ਪਾਤਸ਼ਾਹੀ, ਕਹਿੰਦੇ ਇਹਨਾਂ ਨੂੰ ਪਾਤਸ਼ਾਹੀ ਦਿਸਦੀ ਸੀ। ਜੇ ਕੋਈ ਪੁੱਛੇ ਹੁਣ ਸਿੰਘਨ ਕੁਛ ਰਹਿਓ ਹੋ ਤੋ ਟੰਡ ਮੂਲ, ਜਿਹੜਾ ਕੋਈ ਇਸ ਘਟਨਾਕ੍ਰਮ ਤੋਂ ਬਾਅਦ ਇਹਨਾਂ ਦਾ ਕੋਈ ਜਿਹੜਾ ਜਾਨਸ਼ੀਨ ਕੋਈ ਇਹਨਾਂ ਦੇ ਵਿੱਚੋਂ ਸਿੰਘ ਕੋਈ ਬਚ ਰਿਹਾ, ਉਹਨੂੰ ਪੁੱਛਦੇ ਵੀ ਕੋਈ ਲੱਭੀ ਜ਼ਮੀਨ, ਰਾਜ ਲੱਭਿਓ ਕੈ ਭੂਮ ਲੱਭੇਗੀ, ਸੋ ਬਤਾਵੇ ਸੂਲ ਸਾਨੂੰ ਦੱਸੋ। ਕਹਿੰਦੇ ਵੀ ਕੋਈ ਨਹੀਂ, ਅਸੀਂ ਇੱਕ ਦਿਨ ਆਏਗਾ ਜਦੋਂ ਇਸ ਜ਼ਮੀਨ ਦੇ ਇਸ ਧਰਤ ਦੇ ਮਾਲਕ ਬਣਾਂਗੇ। ਇਹਨਾਂ ਨੂੰ ਜਿਹੜੇ ਕੋਈ ਬਚੇ ਸਿੰਘ ਸੀ ਇਸ ਘਟਨਾਕ੍ਰਮ ਤੋਂ ਬਾਅਦ
ਉਹਨਾਂ ਨੂੰ ਟੌਂਚਾਂ ਕਰਦੇ ਲੋਕ कि की खट्टिया तुसी, तुहाडी जमीन गई, तुहाडी जायदाद गई, घर बाहर गया, बच्चे गए, तुहाडे बच्चे तक जिहड़े सी हुकूमत ने नहीं छड्डी। की मिलिया? कहंदे कोई गल नहीं, ये गुरु दे भाणे च है, गुरु दी रज़ा दे विच है। एडा माड़ा बुरा दौर ਸਿੰਘਾਂ ने देखिया, लेकिन ਸਿੰਘਾਂ ने उस दौर दे विच हौसला हिम्मत जिहड़ी है वो बिल्कुल नहीं हारी कि ठीक है अज इन्हां दा वक्त है, कल नूं साडा वक्त जिहड़ा है वो जरूर आएगा। और इन्ना भरोसा गुरु दे उत्ते, इन्ना विश्वास गुरु दे उत्ते ਸਿੰਘਾਂ नूं सी। कहते फिर देखो गुरु की कला, एक बचियो एक साहिब सिंह नाम, कहते एक साहब सिंह इन्हां दे विचों सी जिहड़ा बचिया, बाकी सब जिहड़े सी सिंह जिहड़े सी रधावियां दे विचों सारे सिंह जिहड़े सी वो कतल कर दिते, बच्चे बजुर्ग इस्त्रियां गर्भ दे विच बच्चे तक इन्हां ने कतल कर दिते। लेकिन इन्हां दे विचों इन्हां परिवारां दे विचों एक सिख जिहदा नाम साहिब सिंह सी वो बच गया। बचिया क्यों कि तो गयो हो तो उथों और ग्राम, वो किसी होर पिंड गया होया सी। श्री अमृतसर की लब्भी उनकार, वो फिर जो पता लग्या कि साढ़े खानदान पूरा का पूरा जो साढ़े परिवार मार दिते ने, बच्चे मार दिते ने, कहते वो अमृतसर दरबार साहब आ गया। भाए अरदासीए सच्चे दरबार, वो धन गुरु रामदास महाराज सच्चे पातशाह के दरबार के अरदासीआ जिहड़ा सी वो अरदासीए की सेवा करन लग गया। उन इजय विजय की पदवी पाई, शाह पातशाह उन चरण छुहाई। एक ऐसा वक्त आया, ऐसा समा आया कि उस भाई साहब सिंह ने इजय विजय की पदवी को प्राप्त किया। बड़े बड़े जिहड़े सी उहदे पैरीं हथ लाउंदे सी, चरनी नमस्कार करते सी। इस तरह का उसने अपना धन गुरु रामदास महाराज के दरबार का अरदासियां होंदियां जीवन बना लिया। उन पै कृपा इम सिर गुर भई, फिर कहते गुरु की ऐसी कृपा हुई, कहते उन राज भूमो अदकाई लई, कहते इन्हें बहुत बड़ी जमीन जायदाद रुतबा जिहड़ा सी वो हासिल किया। उन पुत्र पोतरे बहु भाए, फिर इन्हों के कहते पुत्र पोतरे जिहड़े सी बड़े होए अगों। भूम पी ली भूम पी अपन छुड़वाए, इन्होंने आपकी जमीन भी जिहड़ी सी फिर छुड़ाई, जिहड़ी इन्हां दे सारे खानदानां दी जिहड़ी जमीन सी ना, जिन्हां ते कब्जा कर लिया सीगा उन्हां लोकां ने, जिन्हां ने सूह दित्ती सी मुगल हुकूमत तो जमीन अपने नां करा ली सी। इन्हां दे फिर पुत्रा पोतरिਆਂ ने वो जमीन जिहड़ी सी सिख राज दे वेले, मिसलां दे राज दे वेले जिहड़े आ वो इन्हां तो छुड़वाई, फिर छित्तर मार मार के जमीन सारी वापस लई। बदले लए दुश्मनों ते खालसे के बल पाए, फिर खालसे दे जोर दे नाल जदों अपना राज आया उदों फिर इन्हां ने इस कतलेआम का जिहड़ा सी वो बदला लिया। उन्हां दुष्टां नूं सारिआं नूं सोधिया, अपणीआं जमीनां जायदादां घर बार सारे जिहड़े सी उन्हां दुष्टां दे कब्जे चों जिहड़े सी वो छुड़वाए। इस एक साहब सिंह दे फिर अगों जिहड़े पुत्र पोतरे होए। बाणी दे विच एक वचन भी है कि दावा अगन बहुत तृण जाले, कोई हरिया बूट रहे होरी। तो एक बूट जिहड़ा सी इन्हां परिवारां दे विचों रह गया सी, जिहड़ा हरा होया ते हरे इस बूट तो मुड़ जिहड़ा सी फिर जंगल जिहड़ा सी वो हरा भरा जिहड़ा सी वो स्थापित हो गया। कि गुरु खालसे दा इतिहास है, गुरु खालसे की तवारीख है, की होया आपां सुणांगे। वाहिगुरू जी का खालसा, वाहिगुरू जी का खालसा, वाहिगुरू जी की फतेह। आपां सुणिआ कि किस तरह चमंडे ते आसे पासे दे पिंडां दे कुछ रंधावे गोत दे जिहड़े जिमीदार सी वो सिੱਖੀ च प्रवेश कर गए। उन्हां दे उत्ते जुल्म जबर ते तशद्दद जिहड़ा सी वो बहुत होया। घरां दे विच रहना नहीं सी मिलदा, रात नूं अपने घरां च आउंदे सी, दिने जिहड़ा है वो जंगलां बेलियां दे विच जिहड़े पुरुष सी वो चले जांदे सी, जिहड़े बच्चे इस्त्रियां सी वो रिश्तेदारां जां जानशीनां दे घरां दे विच दिन बतीत करदे। लेकिन ਸਿੰਘਾਂ नूं भरोसा सी कि एक दिन साडा राज आएगा। हुते वतन मद साक मित सिंह बसै निज देश, तिहीं गुजारा सिंह करहैं लुक छिप रख गुर भेस। लेकिन अपना गुरु स्वरूप जिहड़ा वो कायम रख के लुक छिप के जिंदगी बतीत करते सी। हुण कहंदे सुनो, अब फिर सुनो उन ਸਿੰਘਾਂ बात, उन्हां ਸਿੰਘਾਂ दे नाल होया की सुनो। कहंदे कराए दिओ जिम दुष्टन घात, उन्हां दा कहंदे दुष्टां ने घात कीता, कतलेआम कीता। वो किवें होया? हुतो सजादो सुल्तानियो ग्राम, कहंदे एक सजादा पिंड सी जिहड़ा सारा दा सारा जिहड़ा है वो सखी सरवर नूं मनण वाला सी। जिवें आपां देखदे ना कई पीरखानिਆਂ नूं मनदे आ, रोट वगैरह पाउंदे दिंदे आ, पुच्छां दक्षिणा वगैरह जिहड़े आ वो कढदे आ। ये सारा पिंड जिहड़ा सी इन्हां लोकां दा सी। उसका हिंदू करे तुरकन काम, कहंदे ये कहंदे तां इन्हां नूं हिंदू सी, लेकिन इन्हां दे काम जिहड़े वो तुरकां वाले सी। तुरकां वाले क्यों सी? क्योंकि देवी देवतियां दी उपासना छड्ड के आपदे जिहड़े हिंदू धर्म दे जिहड़े रीति रिवाज मर्यादा छड्ड के पीरखानिਆਂ नूं जिहड़ा है वो मनदे सी। उन साथ रलाए मुसले कलाल, ते इन्हां ने कुछ मुसलमान जिहड़े सी कलाल वो अपने नाल रला लए।
तेऊ चाकर हुत तुरकन नाल, ते वो ਜਿਹੜੇ ਕਲਾਲ ਸੀਗੇ ਮੁਸਲਮਾਨ ਸੀ ਮਜ਼ਹਬ ਉਹਨਾਂ ਦਾ, ਤੇ ਉਹਨਾਂ ਦੀ ਹਕੂਮਤ ਦੇ ਵਿੱਚ ਜਿਹੜੀ ਹੈ ਚਾਕਰੀ ਸੀ ਹਕੂਮਤ ਦੀ, ਉਹ ਨੌਕਰ ਸੀ, ਹਕੂਮਤ ਨਾਲ ਉਹਨਾਂ ਦਾ ਜਿਹੜਾ ਰਿਸ਼ਤਾ ਸੀ। ਇਵੇਂ ਮਿਲ ਦੋਵਨ ਮਤੇ ਪਕਾਏ, ਕਹਿੰਦੇ ਇਹਨਾਂ ਦੋਨਾਂ ਨੇ ਮਿਲ ਕੇ ਮਤੇ ਪਕਾ ਲਏ, ਫੈਸਲਾ ਕਰ ਲਿਆ ਕਿ ਰੰਧਾਵਨ ਸਿੰਘਨ ਦਈਨ ਮਰਵਾਏ, ਕਹਿੰਦੇ ਇਹਨਾਂ ਇਹ ਜਿਹੜੇ ਰੰਧਾਵੇ ਸਿੰਘ ਸਜੇ ਨੇ ਇਹਨਾਂ ਨੂੰ ਆਪਾਂ ਜਿਹੜਾ ਹੈ ਉਹ ਮਰਵਾਉਣਾ ਹੈ। ਸਜਾਦੇ ਪਿੰਡ ਦੇ ਜਿਹੜੇ ਹਿੰਦੂ ਸਖੀ ਸਰਵਣ ਨੂੰ ਮੰਨਣ ਵਾਲੇ ਬਣ ਚੁੱਕੇ ਸੀ, ਪੀਰਖਾਨੇ ਨੂੰ ਮੰਨਣ ਵਾਲੇ ਬਣ ਚੁੱਕੇ ਸੀ ਇਹਨਾਂ ਨੇ, ਔਰ ਕਲਾਲ ਜਿਹੜੇ ਸੀਗੇ ਹਕੂਮਤ ਦੇ ਵਿੱਚ ਨੌਕਰੀ ਕਰਦੇ, ਇਹਨਾਂ ਦੋਨਾਂ ਨੇ ਮਿਲ ਕੇ ਫੈਸਲਾ ਕਰ ਲਿਆ ਕਿ ਅਸੀਂ ਇਹਨਾਂ ਰੰਧਾਵਿਆਂ ਨੂੰ ਮਰਵਾ ਦੇਣਾ। ਕਹਿੰਦੇ ਇਹ ਆਏ ਹਮ ਅਬ ਹਮਰੇ ਦਾਏ, ਇਹ ਸਾਡੇ ਦਾਅ ਤੇ ਆ ਗਏ, ਪਹਿਲੋਂ ਤੁਰਕਣ ਤੇ ਭੂਮ ਲਿਖਾਏ, ਕਹਿੰਦੇ ਭਾਵੇਂ ਕਰੀਏ ਇਹਨਾਂ ਨੂੰ ਮਰਵਾਉਣ ਤੋਂ ਪਹਿਲਾਂ ਆਪਾਂ ਸਰਕਾਰ ਤੋਂ ਜ਼ਮੀਨ ਜਿਹੜੀ ਹੈ ਉਹ ਇਹਨਾਂ ਦੀ ਜਿਹੜੀ ਜ਼ਮੀਨ, ਕਿਉਂਕਿ ਜ਼ਮੀਨਾਂ ਦੇ ਮਾਲਕ ਸੀ, ਜ਼ਿਮੀਂਦਾਰ ਸੀ ਇਹ ਵਿਚਾਰੇ, ਵੀ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਆਪਣੇ ਹੱਕ 'ਚ ਲਿਖਵਾ ਲਈਏ। ਫਿਰ ਕਹਿੰਦੇ ਗਰਭ ਛੇਦ ਇਹਨਾਂ ਦਈਆਂ ਕਰਵਾਏ, ਫਿਰ ਕਹਿੰਦੇ ਇਹਨਾਂ ਦਾ ਬੀਜ ਨਾਸ਼ ਕਰ ਦੇਂਗੇ, ਇੱਥੋਂ ਤੱਕ ਕਿ ਜਿਹੜੀਆਂ ਇਹਨਾਂ ਦੀਆਂ ਗਰਭਵਤੀ ਇਸਤਰੀਆਂ ਨੇ ਉਹਨਾਂ ਦੇ ਵੀ ਗਰਭ ਅਸੀਂ ਚਾਕ ਕਰਵਾ ਦੇਂਗੇ, ਤਾਂ ਕਿ ਇਹਨਾਂ ਦੀ ਨਸਲ ਜਿਹੜੀ ਹੈ ਉਹ ਬਾਕੀ ਨਾ ਰਹੇ, ਨਸਲ ਕੁਛ ਕਰਾ ਦੇं। ਇਮ ਹਮ ਪੈ ਤੁਰਕਨ, ਬਹੁਤ ਤੁਰਕਨ ਖੁਸ਼ ਹੋਏ, ਕਹਿੰਦੇ ਸਾਡੇ ਤੇ ਮੁਗਲ ਵੀ ਖੁਸ਼ ਹੋ ਜਾਣਗੇ, ਹਕੂਮਤ ਖੁਸ਼ ਹੋ ਜਾਊਗੀ, ਸਿਰ ਪਾਓ ਇਨਾਮ ਚਾਹੇ ਪਾਏ ਸੋ, ਤੇ ਸਾਨੂੰ ਇਨਾਮ ਵੀ ਦੇਊਗੀ, ਸੌਪੇ ਵੀ ਦੇਊਗੀ, ਤੇ ਇਹਨਾਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਉਹ ਸਾਨੂੰ ਮਿਲ ਜਾਣਗੀਆਂ। ਗੁਪਤ ਪਾਪ ਦੋਇਨ ਗਿਣ ਲਿਓ, ਕਹਿੰਦੇ ਇਹਨਾਂ ਨੇ ਇਹ ਗੁਪਤ ਪਾਪ ਕਰਨ ਦਾ ਮਨ ਜਿਹੜਾ ਸੀ ਦੋਵਾਂ ਨੇ ਬਣਾ ਲਿਆ। ਜਾਏ ਤੁਰਕਨ ਪੈ ਤੇ ਮਹੀ ਕਹਿਓ, ਇਹਨਾਂ ਨੇ ਜਾ ਕੇ ਹਕੂਮਤ ਨੂੰ ਕਹਿ ਦਿੱਤਾ। ਜੋ ਉਨ ਆਖੀ ਤੁਰਕਨ ਕੋ ਉਨ ਤਿਮ ਹੀ ਮਨ ਲੀਨ, ਗ੍ਰਾਮ ਇਨਾਮ ਉਹ ਗਰਭ ਛੇਦ ਚੌਧਰ ਲਿਖੀ ਜ਼ਮੀਨ। ਉਹਨੇ ਕਿਹਾ ਠੀਕ ਹੈ, ਤੁਸੀਂ ਇਹਨਾਂ ਦਾ ਗਰਭ ਛੇਦ ਕਰਵਾਓ। ਗਰਭ ਛੇਦ ਦਾ ਮਤਲਬ ਹੈ ਕਿ ਇਹਨਾਂ ਦਾ ਬੀਜ ਨਾਸ਼ ਕਰਵਾਓ, ਤੁਹਾਨੂੰ ਇਹਨਾਂ ਦੀ ਜ਼ਮੀਨ ਵੀ ਦਿੱਤੀ ਜਾਏਗੀ, ਇਸ ਤੋਂ ਇਲਾਵਾ ਤੁਹਾਨੂੰ ਚੌਧਰ ਵੀ ਦਿੱਤੀ ਜਾਏਗੀ, ਤੁਹਾਨੂੰ ਇਨਾਮ ਸ਼ਨਾਮ ਜਿਹੜੇ ਆ ਉਹ ਵਾਧੂ ਦਿੱਤੇ ਜਾਣਗੇ। ਤੁਰਕ ਚਾਹੇ ਤੋ ਹੁੱਤ ਇਹ ਯਹੀ ਕੰਮ ਬਾਤ, ਕਹਿੰਦੇ ਉਹ ਤਾਂ ਤੁਰਕ ਤਾਂ ਚਾਹੁੰਦੇ ਸੀ ਕਿ ਇਹ ਗੱਲ ਸਿੰਘਾਂ ਨੂੰ ਮਰਵਾਵੇ ਕੋਈ ਆਵੇ। ਜਿਮ ਕਿਮ ਹੋਏ ਸਿੰਘਨ ਕੋ ਘਾਤ, ਜਿਵੇਂ ਕਿਵੇਂ ਸਿੰਘਾਂ ਦਾ ਖਾਤਮਾ ਹੋਵੇ, ਸਿੱਖਾਂ ਦੀ ਮੌਤ ਹੋਵੇ। ਜਿਮ ਜਿਮ ਉਨਕੋ ਸਿੰਘ ਦਿਸ ਆਵਤ, ਜੋ ਚਾਹਤ ਤੁਰਕਨ ਤੇ ਮਨਾਵਤ, ਕਹਿੰਦੇ ਕੋਈ ਸਿੰਘ ਨਜ਼ਰ ਆਉਂਦਾ, ਉਹ ਵਕਤ ਐਸਾ ਸੀ ਕਿ ਜਿਹਦੇ ਹੱਥ ਲੱਗ ਜਾਂਦਾ ਉਹ ਤੁਰਕਾਂ ਨੂੰ ਪਕੜਾ ਕੇ ਤੇ ਆਪਣੀ ਮਨ ਪਾਉਂਦੀ ਜਿਹੜੀ ਆ ਤੁਰਕਾਂ ਤੋਂ, ਮੁਗਲਾਂ ਦੀ ਹਕੂਮਤ ਤੋਂ ਲਾਭ ਜਿਹੜੇ ਆ ਉਹ ਲੈਂਦਾ। ਉਧਰੋਂ ਕਹਿੰਦੇ ਸਿੰਘਨ ਖਬਰ ਯਹ ਨਹ ਭਈ, ਉਹ ਗੁਆਂਢੀ ਸਿਲ ਕਰਵਾਏ, ਕਹਿੰਦੇ ਸਿੰਘਾਂ ਨੂੰ ਬਿਲਕੁਲ ਪਤਾ ਨਹੀਂ ਸੀ ਕਿ ਗੁਆਂਢ ਦੇ ਵਿੱਚ ਰਹਿਣ ਵਾਲੇ ਜਿਹੜੇ ਸਖੀ ਸਰਵੜ ਦੇ ਉਪਾਸ਼ਕ ਨੇ ਇਹ ਸਾਡੀ ਜਿਹੜੀ ਹੈ ਮੁਖਬਰੀ ਕਰ ਰਹੇ ਨੇ ਜਾਂ ਮੁਖਬਰੀ ਕਰ ਆਏ ਨੇ। ਉਸੀ ਗਿਰਦ ਛਿਪ ਦਿਨ ਰਹੇ ਰਾਤੀ ਆਵੇਂ ਗਰਾਏ, ਉਹ ਕਹਿੰਦੇ ਉਵੇਂ ਹੀ ਰਾਤ ਨੂੰ ਪਿੰਡ ਆ ਜਾਂਦੇ, ਘਰੇ ਆ ਜਾਂਦੇ, ਦਿਨੇ ਜਿਹੜੇ ਵਿਚਾਰੇ ਲੁਕ ਛਿਪ ਜਾਂਦੇ, ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀ ਕਿ ਨਾਲ ਦੇ ਇਹਨਾਂ ਪਿੰਡਾਂ ਦੇ ਜਿਹੜੇ ਸਖੀ ਸਰਵੜਿਆਂ ਨੇ ਜਾ ਕੇ ਹਕੂਮਤ ਦੇ ਕੋਲ ਜਿਹੜਾ ਹੈ ਚੁਗਲੀ ਕਰ ਦਿੱਤੀ। ਜਿਸ ਨਿਸ ਦਿਵਸ ਸਿੰਘਨ ਕੋ ਹੋਏ, ਸਿੰਘ ਹੋਏ 71 ਨਿਸ ਤੈਂ ਸੋਏ, ਤੈਂ ਦੁਸ਼ਟਨ ਸਿਲ ਸਿੰਘਨ ਕਰਾਈ, ਕਹਿੰਦੇ ਇਹਨਾਂ ਦੁਸ਼ਟਾਂ ਨੇ ਕਹਿੰਦੇ ਸਿੰਘਾਂ ਦੀ ਜਿਹੜੀ ਖਬਰ ਜਿਹੜੀ ਹੈ ਉਹ ਕਰਵਾਉਣੀ ਸ਼ੁਰੂ ਕਰ ਦਿੱਤੀ। ਇੱਕ ਸੁਲਤਾਨੀ ਪਿੰਡ ਹੀ ਮਾਹੇ, ਇਹ ਇਹਨਾਂ ਪਿੰਡਾਂ ਦੇ ਵਿੱਚ ਵੀ ਜਿਹੜੇ ਇਹ ਸਿੰਘ ਬਣੇ ਸੀਗੇ, ਇਹਨਾਂ ਪਿੰਡਾਂ ਦੇ ਵਿੱਚ ਵੀ ਇੱਕ ਸੁਲਤਾਨੀ ਰਹਿੰਦਾ ਸੀ। ਸੁਲਤਾਨੀ ਦਾ ਮਤਲਬ ਹੈ ਸੁਲਤਾਨ ਦੀ ਜਿਹੜੀ ਆ ਪੂਜਾ ਕਰਨ ਵਾਲਾ। ਤਾਂ ਉਹਦੀ ਡਿਊਟੀ ਲਾਤੀ ਵੀ ਤੂੰ ਨਿਗਾਹ ਰੱਖਣੀ ਹੈ, ਜਦੋਂ ਰਾਤ ਨੂੰ ਇਹ ਸਿੱਖ ਆਪਣੇ ਆਪਣੇ ਘਰਾਂ ਚ ਆਉਣਗੇ ਤੇ ਉਸੇ ਵਕਤ ਤੂੰ ਸਾਨੂੰ ਖਬਰ ਦੇਣੀ। ਸੋ ਸੇਲੂ ਉਹਨ ਰੱਖਿਓ ਬਣਾਏ, ਇਹਨਾਂ ਨੇ ਸੇਲੂ ਰੱਖ ਲਿਆ, ਮੁਖਬਰ ਉੱਥੇ ਬਿਠਾ ਦਿੱਤਾ ਆਪਣਾ ਬੰਦਾ। ਸਭ ਖਬਰ ਦੇ ਜੱਟਨ ਪਹੁੰਚਾਏ, ਦੇ ਜੱਟ ਆਗੇ ਤੁਰਕਣ ਘਲਾਏ, ਇਮ ਸਿੰਘਾਂ ਲਈ ਮੌਤ ਤਕਾਏ, ਕਹਿੰਦੇ ਸਿੰਘਾਂ ਇਹਨਾਂ ਸੇਲੂ ਨੇ ਖਬਰ ਜਿਹੜੀ ਹੈ ਉਹ ਇਹਨਾਂ ਨੂੰ ਦੇਣੀ ਸੀ, ਸਖੀ ਸਰੇਵੜੇ ਦੇ ਉਪਾਸ਼ਕਾਂ ਨੂੰ ਤੇ ਕਲਾਲਾਂ ਨੂੰ। ਇਹ ਵੀ ਜ਼ਿਮੀਂਦਾਰੇ ਕਰਦੇ ਸੀ ਬੇਸਿਕਲੀ ਖੇਤੀਬਾੜੀ, ਤੇ ਇਹਨਾਂ ਨੇ ਕਹਿੰਦੇ ਅੱਗੋਂ ਹਕੂਮਤ ਨੂੰ ਭੇਜਣੀ ਸੀ। ਕਹਿਨੋਂ ਕੋ ਵੈ ਹੁਤ ਹਿੰਦੂ, ਦੇਖੋ ਕਿੱਡੀ ਕਮਾਲ ਦੀ ਗੱਲ ਕਰਦੇ ਨੇ, ਕਹਿੰਦੇ ਕਹਿਣ ਨੂੰ ਤਾਂ ਇਹ ਹਿੰਦੂ ਕਹਾਉਂਦੇ ਸੀ ਆਪਣੇ ਆਪ ਨੂੰ, ਲੇਕਿਨ ਹਿੰਦੂਆਂ ਵਾਲਾ ਇਹਨਾਂ ਦਾ ਕੋਈ ਕਰਮ ਨਹੀਂ ਸੀ, ਨਾ ਦੇਵੀਆਂ ਦੀ ਉਪਾਸਨਾ, ਨਾ ਦੇਵਤਿਆਂ ਦੀ ਉਪਾਸਨਾ, ਨਾ ਮੰਦਰ ਜਾਣਾ, ਨਾ ਕੋਈ ਹਿੰਦੂ ਮਰਿਆਦਾ ਮੁਤਾਬਕ ਕਰਮ ਕਰਨੇ। ਇਹਨਾਂ ਨੇ ਪੀਰਖਾਨੇ ਆਪਣੇ ਘਰਾਂ 'ਚ ਬਣਾਏ ਸੀ, ਪੀਰਖਾਨਿਆਂ ਦੀ ਪੂਜਾ ਕਰਦੇ ਸੀ, ਪੁੱਛਾਂ ਦਕਸ਼ਨਾ ਦਿੰਦੇ ਸੀਗੇ। ਨਾ ਵੀ ਜਿਹੜੇ ਆ ਉਹ ਅੱਧੇ ਪਚੱਧੇ ਜਿਹੜੇ ਆ ਉਹ ਮੁਗਲਾਂ ਵਾਲੇ ਰੱਖੇ ਸੀ, ਤੁਰਕਾਂ ਵਾਲੇ ਰੱਖੇ ਹੋਏ ਸੀ। ਕਹਿੰਦੇ ਕਹਿਨੇ ਕੋ ਵੋ ਹਿਤ ਹੁਤ ਹਿੰਦੂ, ਕੰਮ ਸੋ ਤੁਰਕਨ ਕਰਾਹੇ, ਦੇਖੋ ਕਿੱਡੀ ਕਮਾਲ ਦੀ ਗੱਲ। ਕਹਿੰਦੇ ਕੰਮ ਜਿਹੜੇ ਆ ਇਹ ਜੋ ਹਕੂਮਤ ਕਰਦੀ ਹੈ ਉਹਨਾਂ ਵਾਲੇ ਕਰਦੇ ਨੇ, ਜ਼ਬਰ ਕੰਮ ਕਰਦੇ ਨੇ। ਹਿੰਦੂਆਂ ਨੇ ਹਿੰਦੂ ਫੜ ਦੇਵੇਂ ਮਰਵਾਵੇਂ ਸੀਸ ਕਟਾਏ, ਕਹਿੰਦੇ ਹਿੰਦੂ ਹੀ ਹਿੰਦੂਆਂ ਨੂੰ ਜਿਹੜਾ ਉਹ ਪਕੜਵਾ ਕੇ ਤੇ ਉਹਨਾਂ ਦੇ ਸਿਰ ਕਟਵਾ ਕੇ ਤੇ ਇਨਾਮ ਜਿਹੜੇ ਆ ਉਹ ਪ੍ਰਾਪਤ ਕਰਦੇ। ਇਹ ਕਵੀ ਮਾਫ ਕਰਨਾ ਰਤਨ ਸਿੰਘ ਭੰਗੂ ਜਿਹੜੇ ਨੇ ਉਹ ਆਪਣੇ ਇਸ ਗ੍ਰੰਥ ਦੇ ਵਿੱਚ ਲਿਖਦੇ।
ਸਿੰਘਨ ਮੌਤ ਹੁਤ ਨੇੜੇ ਆਈ। ਸਿੰਘਾਂ ਦਾ ਕਹਿੰਦੇ ਮੌਤ ਨੇੜੇ ਆ ਗਈ। ਸਿੰਘ ਬੜੈ ਕਿਤ ਨਿਸ ਘਰ ਧਾਈ। ਦੁਸ਼ਟ ਸੇਲੂ ਦਈ ਸਿਲ ਪਹੁੰਚਾਏ। ਆਏ ਤੁਰਕਨ ਲਇਓ ਘੇਰੋ ਪਾਏ। ਮੁਗਲਾਂ ਨੇ ਘੇਰਾ ਪਾ ਲਿਆ ਕਿ ਚਾਰ ਤਰਫ ਤਿੰਨ ਫੌਜ ਖੜਵਾਈ। ਤਾਉ ਲਓ ਝਬ ਦੁਸ਼ਟ ਜੱਟ ਪੇ ਆਈ। ਘੇਰਾ ਕੀਨੋ ਬਹੁਤ ਕੜਾਏ। ਆਵਣ ਜਾਣ ਨਾ ਕੁਤੋਂ ਪਾਏ। ਇੱਕ ਰਾਤ ਨੂੰ ਫਿਰ ਜਦੋਂ ਸਿੰਘ ਆਪਣੇ ਪਰਿਵਾਰਾਂ ਦੇ ਵਿੱਚ ਆਏ ਤਾਂ ਇਹਨਾਂ ਦੇ ਘਰਾਂ ਨੂੰ ਮੁਗਲਾਂ ਦੀ ਫੌਜ ਨੇ ਜਿਹੜਾ ਸੀ ਇਹਨਾਂ ਦੀ ਮੁਖਬਰੀ ਕਰਨ ਦੇ ਉੱਤੇ ਘੇਰਾ ਪਾ ਲਿਆ। ਇੰਨਾ ਤਕੜਾ ਘੇਰਾ ਪੈ ਗਿਆ ਕਿ ਬਾਹਰ ਜਾਣ ਦਾ ਕੋਈ ਰਸਤਾ ਜਿਹੜਾ ਹੈ ਇਹਨਾਂ ਨੇ ਛੱਡਿਆ ਨਾ। ਜਿਮ ਦੁਸ਼ਟ ਸੁਲਤਾਨੀ ਜੱਟ ਕਾਹੈ ਤਮਹੀ ਤੁਰਕ ਕਮਾਹੇ। ਰਲ ਮਿਲ ਦੋਵਨ ਸਿੰਘ ਕੱਟੇ ਲੱਭਿਓ ਸੋ ਛੋੜਿਓ ਨਾ ਹੈ। ਕਹਿੰਦੇ ਦੇਖੋ ਇਹਨਾਂ ਨੇ ਰਲ ਮਿਲ ਕੇ ਹਕੂਮਤ ਨਾਲ ਮਿਲ ਕੇ ਸਿੰਘਾਂ ਦਾ ਕਤਲੇਆਮ ਕਰਵਾਇਆ। ਇੱਕ ਵੀ ਜਿਹੜਾ ਸੀ ਇਹਨਾਂ ਨੇ ਸਿੰਘ ਜਿਹੜਾ ਹੈ ਨਹੀਂ ਛੱਡਿਆ। ਕੋਸ਼ਿਸ਼ ਇਹ ਕੀਤੀ ਇਹਨਾਂ ਨੇ ਕਿ ਇੱਕ ਵੀ ਸਿੰਘ ਇੱਥੇ ਬਾਕੀ ਨਾ ਬਚੇ। ਕੀ ਹੋਇਆ ਉਹ ਆਪਾਂ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਤਾਰਾ ਸਿੰਘ ਵਾਂ ਜੋ ਸਿੱਖ ਪੰਥ ਦੇ ਮਹਾਨ ਯੋਧੇ ਸੂਰਬੀਰ ਜਰਨੈਲ ਸੀ ਉਹਨਾਂ ਦੀ ਸ਼ਹੀਦੀ ਦੀ ਗਾਥਾ ਜਿਹੜੀ ਹੈ ਭਾਈ ਰਤਨ ਸਿੰਘ ਭੰਗੂ ਜੀ ਦੇ ਸ਼ਬਦਾਂ ਦੇ ਵਿੱਚ ਸੁਣੀ। 18ਵੀਂ ਸਦੀ ਦੇ ਵਿੱਚ ਇੱਕ ਹੋਰ ਵਾਪਰੀ ਘਟਨਾ ਦਾ ਉਲੇਖ ਰਤਨ ਸਿੰਘ ਜੀ ਭੰਗੂ ਨੇ ਕੀਤਾ ਕਿ ਕਿਸ ਤਰ੍ਹਾਂ ਬਹੁਤ ਵੱਡੀ ਪੱਧਰ ਦੇ ਉੱਤੇ ਸਿੱਖਾਂ ਦਾ ਕਤਲੇਆਮ ਜਿਹੜਾ ਸੀ ਉਹ ਹੋਇਆ। ਰਤਨ ਸਿੰਘ ਭੰਗੂ ਜੀ ਜ਼ਿਕਰ ਕਰਦੇ ਨੇ, ਕਹਿੰਦੇ ਸੁਨਹੁ ਸਾਖੀ ਔਰ ਸਿੰਘਨ ਕੀ। ਜਿਨ ਤੁਰਕਨ ਸਿਰ ਲਾਏ, ਜਿਨ੍ਹਾਂ ਨੇ ਤੁਰਕਾਂ ਦੇ ਸਿਰ ਆਪਣੇ ਸੀਸ ਲਾਏ, ਸ਼ਹਾਦਤਾਂ ਦਿੱਤੀਆਂ, ਉਹਨਾਂ ਸਿੰਘਾਂ ਦੀ ਜਿਹੜੀ ਸਾਖੀ ਜਿਹੜੀ ਹੈ ਉਹ ਸੁਣੋ। ਸਿਦਕ ਰੱਖਿਓ ਗੁਰ ਬਚਨ ਪਰ, ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੇ ਉੱਤੇ ਭਰੋਸਾ ਰੱਖਿਆ। ਭਇਓ ਕੇਸਨ ਸਾਸਨ ਨਿਭਾਹੇ, ਔਰ ਕੇਸਾਂ ਸਵਾਸਾਂ ਦੇ ਨਾਲ ਜਿਹੜਾ ਹੈ ਉਹ ਸਿੱਖੀ ਨਿਭਾਹੀ। ਉਹਨਾਂ ਦੀ ਮੈਂ ਤੁਹਾਨੂੰ ਗੱਲ ਜਿਹੜੀ ਹੈ ਉਹ ਦੱਸਣ ਲੱਗਿਆ। ਨਾਮ ਠਾਮ ਜਾਤ ਗੋਤ ਬਤਾਊਂ, ਸਿੱਖੀ ਸਾਂਝ ਹਿਤ ਟਹਿਲ ਉਠਾਊਂ। ਮੈਂ ਉਹਨਾਂ ਦੇ ਨਾਂ ਪਤਾ ਗੋਤਰ ਸਭ ਦੱਸਾਂਗਾ। ਮੇਰੇ ਉਹ ਸਿੱਖ ਭਰਾ ਹੈ ਤੇ ਉਹਨਾਂ ਸਿੱਖਾਂ ਭਰਾਵਾਂ ਦਾ ਇਤਿਹਾਸ ਦੱਸਣ ਦੀ ਸੇਵਾ ਜਿਹੜੀ ਹੈ ਕਰਕੇ ਮੈਂ ਗੁਰੂ ਕੀ ਖੁਸ਼ੀ ਲਾਂਗਾ, ਸੇਵਾ ਕਰਾਂਗਾ ਉਹਨਾਂ ਦੀ, ਉਹਨਾਂ ਦਾ ਇਤਿਹਾਸ ਦੱਸ ਕੇ। ਸੁਣੀ ਜਿਸੈ ਬਿਦ ਵੱਡਿਆਂ ਪਾਸ, ਮੈਂ ਜਿਸ ਤਰ੍ਹਾਂ ਆਪਣੇ ਵੱਡਿਆਂ ਬਜ਼ੁਰਗਾਂ ਤੋਂ ਸੁਣੀ ਹੈ। ਕਹੂੰ ਤੇ ਮੈਂ ਪੰਥ ਰੱਖ ਹੇਤ ਦਾਸ, ਮੈਂ ਉਸੇ ਤਰ੍ਹਾਂ ਹੀ ਜਿਹੜਾ ਹੈ ਉਹ ਮੈਂ ਤੁਹਾਨੂੰ ਸੁਣਾਉਣੀ ਹੈ। ਕਹਿੰਦੇ ਹੋਇਆ ਕੀ ਕਿ ਹੁਤ ਰੰਧਾਵਾ ਚਮੰਡਾ ਬਾਈ ਬਾਸ, ਚਮੰਡਾ ਪਿੰਡ ਸੀ, ਉੱਥੇ ਰੰਧਾਵਾ ਗੋਤ ਨਾਲ ਸੰਬੰਧਿਤ ਬਹੁਤ ਸਾਰੇ ਜਿਹੜੇ ਹੈ ਉਹ ਜ਼ਿਮੀਂਦਾਰ ਜੱਟ ਪਰਿਵਾਰ ਵਸਦੇ ਸੀ। ਮੱਧ ਇੱਕ ਕੈਰੋ ਨੰਗਲ ਭਾਸ, ਤੇ ਇੱਕ ਵਿੱਚ ਕੈਰੋ ਸੀ ਨੰਗਲ ਸੀ, ਇਹ ਜਾਪਦਾ। ਉਨ ਮੱਧ ਤੇ ਕੁਛ ਗੁਰਪੰਥੇ ਆਏ। ਕਹਿੰਦੇ ਇਸ ਇਲਾਕੇ ਦੇ ਵਿੱਚੋਂ ਇਹ ਜਿਹੜੇ ਪਿੰਡ ਸੀ ਨਾ ਦੱਸੇ ਕਵੀ ਜੀ ਨੇ, ਇਹਨਾਂ ਪਿੰਡਾਂ ਤੋਂ ਕੁਝ ਰੰਧਾਵੇ ਗੋਤ ਨਾਲ ਸੰਬੰਧਿਤ ਜਿਹੜੇ ਜ਼ਿਮੀਂਦਾਰ ਸੀ ਉਹ ਗੁਰੂ ਖਾਲਸਾ ਦੇ ਪੰਥ ਦੇ ਵਿੱਚ ਜਿਹੜਾ ਹੈ ਉਹ ਸ਼ਾਮਲ ਹੋ ਗਏ। ਖੰਡੇ ਪਾਹੁਲ ਲਈ ਸ਼ਸਤਰ ਉਠਾਏ, ਇਹਨਾਂ ਨੇ ਖੰਡੇ ਬਾਟੇ ਦੀ ਪਾਹੁਲ ਜਿਹੜੀ ਹੈ ਉਹ ਚੁੱਕ ਲਈ, ਮਾਫ ਕਰਨਾ, ਖੰਡੇ ਬਾਟੇ ਦੀ ਪਾਹੁਲ ਛਕ ਲਈ ਔਰ ਸ਼ਸਤਰ ਜਿਹੜੇ ਸੀ ਉਹ ਚੁੱਕ ਲਏ। ਜਿਵੇਂ ਸਤਿਗੁਰ ਆਗਿਆ ਦੇਈ, ਜਿਵੇਂ ਸਤਿਗੁਰਾਂ ਨੇ ਆਗਿਆ ਦਿੱਤੀ ਉਸੇ ਤਰ੍ਹਾਂ ਹੀ ਇਹਨਾਂ ਨੇ ਮਤਲਬ ਕਰਨਾ ਸ਼ੁਰੂ ਕਰ ਦਿੱਤਾ, ਜੀਵਨ ਬਤੀਤ ਉਸੇ ਭਾਂਤੀ ਇਹਨਾਂ ਨੇ ਜਿਹੜਾ ਸੀ ਉਹ ਰੱਖਣਾ ਸ਼ੁਰੂ ਕਰ ਦਿੱਤਾ। ਵਹੀ ਭਾਂਤ ਤਿੰਨ ਕਰਨੀ ਪਈ, ਕਹਿੰਦੇ ਇਹਨਾਂ ਦੀ ਕਰਨੀ ਉਸੇ ਤਰ੍ਹਾਂ ਦੀ ਹੋ ਗਈ ਜਿਸ ਤਰ੍ਹਾਂ ਦੀ ਗੁਰੂ ਸਾਹਿਬ ਨੇ ਜਿਹੜਾ ਹੈ ਮਰਿਆਦਾ ਦੱਸੀ ਹੈ। ਰਲੇ ਪੰਥ ਗੁਰ ਕਰੇ ਦੰਗਾਹੀ, ਲਾਹੌਰ ਦਿੱਲੀ ਤੱਕ ਇਹਨਾਂ ਨੇ ਜਿਹੜੀਆਂ ਮਾਰਾਂ ਜਿਹੜੀਆਂ ਸੀ ਉਹ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ ਜੋ ਚੱਕਿਓ ਹੁਤ ਖਾਲਸੇ ਤੋਰ, ਇਨ ਭੀ ਤੇ ਮੈਂ ਮਚਾਇਓ ਸ਼ੋਰ। ਜਿਵੇਂ ਬਾਕੀ ਦੇ ਸਿੰਘ ਜਿਹੜੇ ਆ ਉਹ ਲੜ ਰਹੇ ਸੀ ਜੰਗਾਂ ਯੁੱਧਾਂ ਦੇ ਵਿੱਚ, ਮੈਦਾਨਾਂ ਦੇ ਵਿੱਚ, ਇਹਨਾਂ ਨੇ ਵੀ ਉਸੇ ਭਾਂਤ ਜਿਹੜਾ ਸੀ ਲੜਨਾ ਸ਼ੁਰੂ ਕਰ ਦਿੱਤਾ। ਖੰਡੇ ਬਾਟੇ ਦੀ ਪੌਲ ਛਕ ਲਈ, ਗੁਰੂ ਕੀ ਮਰਿਆਦਾ ਮੁਤਾਬਕ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦਿੱਤੀ। ਇਸ ਗੱਲ ਦਾ ਪਤਾ ਜਿਹੜਾ ਸੀ ਉਹ ਤੁਰਕਾਂ ਨੂੰ ਲੱਗ ਗਿਆ, ਹਕੂਮਤ ਨੂੰ ਲੱਗ ਗਿਆ। ਸੋ ਖਬਰ ਜਾਂ ਤੁਰਕਨ ਪਾਈ ਆਏ ਮਾਰਨ ਉਨ ਕਰ ਧਾਈ, ਔਰ ਤੁਰਕਾਂ ਦੀ ਫੌਜ ਜਿਹੜੀ ਹੈ ਲਾਹੌਰੋਂ ਇਹਨਾਂ ਨੂੰ ਖਤਮ ਕਰਨ ਵਾਸਤੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਪੁੱਜੀ। ਦੇਖੋ ਕਿੱਡੀ ਸਿਤਮਗਿਰੀ ਹੈ ਕਿ ਸਿੰਘਨ ਪੈ ਗੜ ਨਾ ਹੋਤੋ ਜਿਸਤ ਕੀ ਓਟ ਲੜਾ ਹੈ। ਕਹਿੰਦੇ ਸਿੰਘਾਂ ਦੇ ਕੋਲ ਕੋਈ ਕਿਲਾ ਨਹੀਂ ਹੈ ਜਿਹਦੀ ਓਟ ਦੇ ਵਿੱਚੋਂ ਲੜਨਾ।
ਉਨ ਨੱਠ ਰੋਹੀ ਮੱਧ ਛਿਪੈ, ਕਹਿੰਦੇ ਇਹ ਵੱਧ ਤੋਂ ਵੱਧ ਰੋਹੀਆਂ ਦੇ ਵਿੱਚ ਚਲੇ ਜਾਂਦੇ ਨੇ, ਬੀਆਬਾਨਾਂ ਦੇ ਵਿੱਚ ਚਲੇ ਜਾਂਦੇ ਨੇ, ਜਾਂ ਦਰਿਆਵਾਂ ਦੇ ਝੱਲਾਂ 'ਚ ਚਲੇ ਜਾਂਦੇ ਨੇ। ਕਹਿ ਖੂਹਨ ਖੱਡਣ ਮਾਹੇ, ਕੋਈ ਖੂਹਾਂ ਖੱਡਾਂ ਦੇ ਵਿੱਚ ਚਲੇ ਜਾਂਦੇ ਨੇ। ਸੁਣੀ ਤੁਰਕਣ ਜਬ ਤੁਰਕ ਅਵਾਈ, ਸੁਣੀ ਸਿੰਘਣ ਜਬ ਤੁਰਕ ਅਵਾਈ, ਜਦੋਂ ਕਹਿੰਦੇ ਸਿੰਘਾਂ ਨੇ ਇਹ ਗੱਲ ਸੁਣੀ, ਅਫਵਾਹ ਸੁਣੀ ਕਿ ਮੁਗਲਾਂ ਦੀ ਫੌਜ ਜਿਹੜੀ ਹੈ ਸਾਨੂੰ ਖਤਮ ਕਰਨ ਵਾਸਤੇ ਆ ਰਹੀ ਹੈ। ਇਹ ਜਿਹੜੇ ਚਮੰਡੇ ਪਿੰਡ ਦੇ ਕੁਝ ਜ਼ਿਮੀਂਦਾਰ ਸੀ, ਕੁਝ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਸੀ ਜਿਹੜੇ ਸਿੱਖੀ ਦੇ ਵਿੱਚ ਪ੍ਰਵੇਸ਼ ਕਰ ਗਏ ਔਰ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਛਕ ਲਈ। ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਮੁਗਲਾਂ ਦੀ ਫੌਜ ਜਿਹੜੀ ਹੈ ਉਹ ਸਾਡੇ ਨਾਲ ਯੁੱਧ ਲੜਨ ਵਾਸਤੇ, ਸਾਡੇ ਨਾਲ ਜੰਗ ਲੜਨ ਵਾਸਤੇ ਆ ਰਹੀ ਹੈ, ਕਹਿੰਦੇ ਇਹਨਾਂ ਨੇ ਕੀ ਕੀਤਾ, ਕਹਿੰਦੇ ਛੱਡ ਕਰ ਘਰ ਗਏ ਬਣਹਿ ਲੋਕਾਈ, ਕਹਿੰਦੇ ਇਹ ਘਰ-ਬਾਰ ਛੱਡ ਕੇ ਜੰਗਲਾਂ 'ਚ ਲੋਕ ਗਏ। ਔਰ ਹੁਤੇ ਉਹਨੇ ਕੇ ਟੱਬਰ ਜਿਹੂ, ਜਿਹੜੇ ਇਹਨਾਂ ਦੇ ਪਰਿਵਾਰ ਸੀ, ਬੱਚੇ ਸੀ, ਬਜ਼ੁਰਗ ਸੀ, ਇਸਤਰੀਆਂ ਸੀ, ਰਲ ਮਿਲ ਲੋਕਨ ਬਚ ਰਹੇ ਤੋਂ ਉਹ ਕਹਿੰਦੇ ਆਮ ਘਰ-ਬਾਰ ਛੱਡ ਕੇ ਆਮ ਲੋਕਾਂ ਦੇ ਵਿੱਚ ਕਿਸੇ ਰਿਸ਼ਤੇਦਾਰੀ 'ਚ, ਕਿਸੇ ਜਾਣ ਪਛਾਣ ਵਾਲੇ ਦੇ ਘਰਾਂ 'ਚ ਚਲੇ ਗਏ ਔਰ ਇਹਨਾਂ ਦਾ ਜਿਹੜਾ ਬਚਾਅ ਹੋ ਗਿਆ। ਦਿਨੇ ਸਿੰਘ ਹੁਤ ਤੇ ਥਿਨ ਨਾਹੇ, ਦਿਨੇ ਤਾਂ ਸਿੰਘ ਕਹਿੰਦੇ ਘਰਾਂ 'ਚ ਹੈ ਨਹੀਂ ਸੀ। ਰਾਤ ਭਰੀ ਆਬਦ ਘਰ ਮਾਹੇ, ਜਦੋਂ ਰਾਤ ਪੈ ਜਾਂਦੀ ਉਦੋਂ ਸਾਰੇ ਜਿਹੜੇ ਸੀ ਆਪਦੇ ਘਰਾਂ 'ਚ ਆ ਜਾਂਦੇ, ਬੱਚੇ, ਬਜ਼ੁਰਗ, ਇਸਤਰੀਆਂ। ਦੇਖੋ ਕੈਸਾ ਸਮਾਂ ਸੀ ਕਿ ਸਿੰਘਾਂ ਨੂੰ ਆਪਣੇ ਘਰ ਦੇ ਵਿੱਚ ਟਿਕਣਾ ਵੀ ਜਿਹੜਾ ਹੈ ਉਹ ਨਸੀਬ ਨਹੀਂ ਸੀ ਹੁੰਦਾ। ਜਦੋਂ ਰਾਤ ਹੁੰਦੀ ਤੇ ਸਾਰੇ ਜਿਹੜੇ ਸੀ ਪਰਿਵਾਰ ਆਪਣੇ ਆਪਣੇ ਘਰਾਂ 'ਚ ਆ ਜਾਂਦੇ। ਜਦੋਂ ਦਿਨ ਚੜ੍ਹਦਾ, ਦਿਨ ਚੜ੍ਹਦੇ ਦੇ ਨਾਲ ਹੀ ਇਹ ਸਾਰੇ ਸਿੰਘ ਝੱਲਾਂ 'ਚ ਚਲੇ ਜਾਂਦੇ, ਬਣਾ 'ਚ ਚਲੇ ਜਾਂਦੇ। ਜਿਹੜੇ ਪਰਿਵਾਰ ਸੀ ਉਹ ਸੱਜੇ ਖੱਬੇ ਰਿਸ਼ਤੇਦਾਰਾਂ ਦੇ ਜਾਂ ਜਾਣ ਪਛਾਣ ਵਾਲਿਆਂ ਦੇ ਘਰਾਂ ਦੇ ਵਿੱਚ ਜਿਹੜੇ ਸੀ ਉਹ ਦਿਨ ਬਤੀਤ ਕਰਦੇ। ਕਹਿੰਦੇ ਇਸੀ ਬਾਰ ਤੇਊ ਇਮ ਬਚ ਰਹੇ, ਕਹਿੰਦੇ ਇਸ ਤਰ੍ਹਾਂ ਇੱਕ ਵਾਰੀ ਜਿਹੜੇ ਸੀ ਇਹ ਮੁਗਲਾਂ ਤੋਂ ਬਚ ਗਏ। ਹੱਥ ਨਾ ਆਏ ਵੈ ਖਾਲੀ ਗਏ, ਇਹ ਹੱਥ ਨਹੀਂ ਆਏ ਔਰ ਤੁਰਕ ਜਿਹੜੇ ਸੀ ਉਹ ਖਾਲੀ ਚਲੇ ਗਏ। ਜਬ ਖਾਲੀ ਤੁਰਕ ਇਮ ਗਏ ਨਮੋਸ਼ੀ ਤਾਹੇ, ਕਹਿੰਦੇ ਜਦੋਂ ਮੁਗਲ ਖਾਲੀ ਗਏ ਤੇ ਉਹਨਾਂ ਨੂੰ ਬੜੀ ਨਮੋਸ਼ੀ ਆਈ ਕਿ ਅਸੀਂ ਸਿੱਖਾਂ ਦੇ ਘਰਾਂ 'ਚ ਛਾਪੇ ਮਾਰੇ ਆ, ਲੇਕਿਨ ਸਿੱਖ ਜਿਹੜਾ ਸਾਨੂੰ ਕੋਈ ਨਜ਼ਰ ਨਹੀਂ ਆਇਆ। ਚਿੱਤੈ ਜਮਝੂਰਤ ਫਿਰੈ ਮਾਰਨ ਸਿੰਘਰ ਫਰਾਹੇ, ਇਹ ਚਿੱਤ ਦੇ ਵਿੱਚ ਚੁਰਨ ਲੱਗ ਪਏ ਤੇ ਸਿੰਘਾਂ ਨੂੰ ਜਿਹੜਾ ਸੀ ਉਹ ਮਾਰਨ ਵਾਸਤੇ ਤਰਕੀਬਾਂ ਸਕੀਮਾਂ ਜਿਹੜੇ ਸੀ ਉਹ ਸੋਚਣ ਲੱਗ ਪਏ। ਤੁਰਕ ਸਿੰਘਨ ਫਿਰ ਚਾਹੇ ਮਾਰਨ, ਸਿੰਘ ਵੀ ਚਾਹੇ ਵਕਤ ਗੁਜ਼ਾਰਨ, ਸਿੰਘ ਵਕਤ ਕੱਟ ਰਹੇ ਨੇ। ਕਹੇ ਸਿੰਘ ਕਬ ਹਮ ਵਕਤ ਆਵਗ, ਸਿੰਘ ਕਹਿੰਦੇ ਕਦੇ ਸਾਡੇ ਤੇ ਵੀ ਸਮਾਂ ਆਏਗਾ, ਹਮ ਤੈ ਲੁਕ ਤੁਰਕ ਜਿੰਦ ਬਚਾਵਤ, ਜਦੋਂ ਸਾਡੇ ਤੋਂ ਲੁਕਦੇ ਇਹ ਲੋਕ ਜਿਹੜੇ ਹਕੂਮਤ ਨਾਲ ਜੁੜੇ ਨੇ ਇਹ ਜਾਨਾਂ ਬਚਾਉਣਗੇ। ਕਦੇ ਇਹੋ ਜਿਹਾ ਸਮਾਂ ਵੀ ਗੁਰੂ ਜ਼ਰੂਰ ਲੈ ਕੇ ਆਊਗਾ। ਇੰਨਾ ਭਰੋਸਾ ਸਿੰਘਾਂ ਦਾ ਗੁਰੂ ਦੇ ਉੱਤੇ, ਅਕਾਲ ਪੁਰਖ ਦੇ ਉੱਤੇ। ਹੰਨੇ ਹੰਨੇ ਹੋਏ ਬਹਿ ਪਾਤਸ਼ਾਹੀ, ਕਦੇ ਐਸਾ ਸਮਾਂ ਆਊਗਾ ਜਦੋਂ ਹੰਨੇ ਹੰਨੇ ਸਾਡੀ ਬਾਦਸ਼ਾਹਤ ਹੋਊਗੀ, ਸਾਡਾ ਰਾਜ ਹੋਊਗਾ। ਲਹਿ ਆਪ ਆਪਣੋ ਮੁਲਕ ਉਗਰਾਹੇ, ਔਰ ਅਸੀਂ ਆਪਣੇ ਮੁਲਕ ਦੇ ਵਿੱਚ ਮਾਮਲਾ ਉਗਰਾ ਕੇ ਆਪਣੇ ਮੁਲਕ ਦੇ ਵਿੱਚ ਜ਼ਿੰਦਗੀ ਜਿਹੜੀ ਹੈ ਉਹ ਬਸਰ ਕਰਾਂਗੇ। ਯਾਨੀ ਸਿੱਖਾਂ ਦੇ ਅੰਦਰ ਇੱਕ ਸੁਪਨਾ ਸੀ ਦੇਖਿਆ ਤੇ ਉਸ ਸੁਪਨੇ ਨੂੰ ਪੂਰਾ ਕਰਨ ਦਾ ਚਾਅ ਸੀ। ਤੇ ਉਹ ਸੁਪਨਾ ਕੀ ਸੀ? ਉਹ ਸੁਪਨਾ ਸੀ ਆਪਣੀ ਇੱਕ ਵੱਖਰੀ ਸਟੇਟ ਦਾ, ਕਿ ਸਾਡੀ ਵੀ ਕਦੇ ਸਟੇਟ ਹੋਏਗੀ, ਸਾਡਾ ਵੀ ਕਦੇ ਰਾਜ ਹੋਏਗਾ ਜਿੱਥੇ ਅਸੀਂ ਸੁੱਖ ਦੀ ਜ਼ਿੰਦਗੀ ਬਤੀਤ ਕਰਾਂਗੇ, ਜਿੱਥੇ ਸਾਡਾ ਸਾਰਾ ਜਿਹੜਾ ਹੈ ਉਹ ਜੀਵਨ ਸੁੱਖ ਦੇ ਨਾਲ ਬੀਤੇਗਾ। ਹਮ ਗੁਰ ਬਚਨ ਝੂਠ ਤੋਂ ਨਹੀਂ, ਕਹਿੰਦੇ ਗੁਰੂ ਨੇ ਜਿਹੜਾ ਬਚਨ ਆਖਿਆ ਕਿ ਸਿੰਘੋ ਤੁਹਾਨੂੰ ਕਦੇ ਰਾਜ ਮਿਲੇਗਾ, ਉਹ ਬਚਨ ਕਦੇ ਝੂਠਾ ਨਹੀਂ ਹੋ ਸਕਦਾ। ਹਮ ਸਹੀ ਜਾਏ ਦੁੱਖ ਕਟਾਂ ਤਹਾਈ, ਇਸ ਕਰਕੇ ਅਸੀਂ ਦੁੱਖ ਜਿਹੜੇ ਆ ਸਹਾਂਗੇ। ਅੱਜ ਦੇ ਸਮੇਂ ਦੇ ਵਿੱਚ ਅਸੀਂ ਤਕਲੀਫਾਂ, ਦੁੱਖ ਸਹਿਣ ਵਾਸਤੇ ਤਿਆਰ ਨਹੀਂ। ਸਾਨੂੰ ਗੁਰੂ ਦੇ ਬਚਨਾਂ ਦੇ ਉੱਤੇ ਭਰੋਸਾ ਵੀ ਨਹੀਂ ਰਿਹਾ, ਲੇਕਿਨ ਉਹਨਾਂ ਸਿੰਘਾਂ ਨੇ ਇਸ ਕਰਕੇ ਦੁੱਖ ਤਕਲੀਫਾਂ ਸਹਿੰਦਿਆਂ ਹੋਇਆਂ ਮੁਕਾਬਲਾ ਕੀਤਾ ਹਕੂਮਤ ਦੇ ਜ਼ਬਰ ਜ਼ੁਲਮ ਦਾ, ਕਿ ਕਦੇ ਸਾਡਾ ਰਾਜ ਆਵੇਗਾ। ਕਿਉਂ ਰਾਜ ਆਵੇਗਾ? ਕਿਉਂਕਿ ਗੁਰੂ ਨੇ ਸਾਨੂੰ ਵਚਨ ਦਿੱਤਾ ਹੈ ਤੇ ਗੁਰੂ ਦਾ ਵਚਨ ਜਿਹੜਾ ਹੈ ਉਹ ਕਦੇ ਝੂਠਾ ਨਹੀਂ ਹੁੰਦਾ। ਕੀ ਹੋਇਆ ਉਹ ਆਪਾਂ ਸੁਣਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।